ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਡਾਕਟਰ ਸਾਹਿਬ ਅੱਜ ਪਹੁੰਚੇ ਹੈ ਤਾਂ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਆਪ ਦਾ ਟਾਈਮ ਕੱਢਿਆ। ਵੀ ਜਿਵੇਂ ਦਾ ਮਾਹੌਲ ਚੱਲ ਰਿਹਾ ਹੈ ਕੋਵਿਡ ਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦਿੱਲੀ 'ਚ ਕਿਵੇਂ ਚੱਲ ਰਿਹਾ, ਹੁਣ ਬਾਕੀ ਸਟੇਟਾਂ 'ਚ ਵੀ ਜਿਵੇਂ ਜਿਵੇਂ ਫੈਲ ਰਿਹਾ ਹੈ। ਸੋ ਉਹਨੂੰ ਦੇਖਦੇ ਹੋਏ ਆਪਾਂ ਅੱਜ ਦੀ ਇਹ ਜ਼ੂਮ ਮੀਟਿੰਗ ਕੀਤੀ ਹੈ। ਮੇਰੇ ਨਾਲ ਦੱਸਣਾ ਚਾਹਾਂਗਾ ਦਿਨੇਸ਼ ਕੁਮਾਰ ਜੀ ਨੇ, ਆਪਣੇ ਮੇਰੇ ਫਰੈਂਡ ਨੇ ਡੇਰਾਬੱਸੀ ਤੋਂ। ਸੋ 3-4 ਦਿਨ ਪਹਿਲਾਂ ਇਹਨਾਂ ਦੀ ਰਿਪੋਰਟ ਆਈ ਸੀ ਕੋਵਿਡ ਪੋਜ਼ਿਟਿਵ। ਸੋ ਬੜੀ ਚੜ੍ਹਦੀ ਕਲਾ 'ਚ ਨੇ, ਬੜੇ ਸੋਲਿਡ ਨੇ, ਘਰ ਬੈਠੇ ਹੈ। ਸੋ ਕਿਸੇ ਵੀ ਤਰ੍ਹਾਂ ਦੀ ਹੜਬੜਾਹਟ ਨਹੀਂ ਹੈ। ਜਿੱਦਾਂ ਆਪਣਾ ਮੇਨ ਮਕਸਦ ਵੀ ਇਹੀ ਹੈ ਵੀ ਆਪਾਂ ਜੋ ਬਾਕੀ ਪੀਪਲਸ ਨੇ ਜਿਵੇਂ ਕਿ ਜਿਹੜੇ ਸਰਵਾਈਵ ਕਰ ਰਹੇ ਆਪਾਂ ਉਹਨਾਂ ਨੂੰ ਆਪਣੇ ਹੀਰੋਜ਼ ਬਣਾ ਕੇ ਬਾਕੀ ਲੋਕਾਂ ਨੂੰ ਵੀ ਆਪਾਂ ਪ੍ਰੇਰਿਤ ਕੀਤਾ ਜਾਏ, ਤਾਂ ਉਹਦੇ ਲਈ ਆਪਾਂ ਤੁਹਾਡੀ ਡਾਕਟਰਸ ਦੀ ਪੂਰੀ ਹੈਲਪ ਚਾਹੀਦੀ ਹੈ। ਸੋ ਮੈਂ 1 ਮਿੰਟ ਲਈ ਦਿਨੇਸ਼ ਜੀ ਨੂੰ ਕਹਾਂਗਾ ਵੀ ਜਰੂਰ ਦੱਸਣ ਆਪਣੇ ਬਾਰੇ। ਹਾਂਜੀ ਦਿਨੇਸ਼ ਜੀ। ਦਿਨੇਸ਼ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਅਵਤਾਰ ਜੀ, ਹੁਣ ਆ ਹਾਂਜੀ ਰਹੀ ਹੈ? ਹਾਂਜੀ ਬਿਲਕੁਲ ਬਿਲकुल। ਦਿਨੇਸ਼ ਜੀ ਦੱਸੋ, ਤੁਹਾਨੂੰ ਮਤਲਬ ਤੁਸੀਂ ਕਿਵੇਂ ਦਾ, ਜੋ ਤੁਹਾਨੂੰ ਦੇਖ ਰਹੇ ਆ ਲੋਕ, ਵੀ ਆਪਾਂ ਕਿਵੇਂ ਦਾ ਮੈਸੇਜ ਦੇਣਾ ਚਾਹੁੰਦੇ ਆ ਵੀ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਫੇਸ ਕੀਤੀਆਂ, ਜਿਵੇਂ ਬੜਾ ਆਕਸੀਜਨ ਦੀ ਵੀ ਬੜੀ ਸ਼ਾਰਟੇਜ ਹੈ, ਤੁਹਾਨੂੰ ਕਿਵੇਂ ਦਾ ਮਾਹੌਲ ਹੈ, ਤੁਸੀਂ ਕਿਵੇਂ ਡਰ ਰਹੇ ਹੋ, ਕਿਵੇਂ ਕਿਵੇਂ ਦਾ ਫੀਲ ਕਰ ਰਹੇ ਹੋ? ਮੇਰੇ ਖਿਆਲ ਚ ਇਸ ਦੇ ਚ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਮੈਨੂੰ ਠੀਕ ਹੈ 10 ਦਿਨ ਫੀਵਰ ਦਾ ਸਾਹਮਣਾ ਕਰਨਾ ਪਿਆ, ਜਿਹੜੀ ਮੈਂ ਤੋਂ ਲੈ ਕੇ 101 ਤੱਕ ਮੈਨੂੰ ਫੀਵਰ ਰਿਹਾ। ਤੇ ਇਹ ਚ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਮੈਂ ਮਤਲਬ ਕਿ ਬੈਡ ਨਿਊਜ਼ ਤੋਂ ਪਰਹੇਜ਼ ਕੀਤਾ ਤੇ ਆਪਣੇ ਨੇੜੇ ਮਤਲਬ ਕਿ ਇੱਕ ਅੱਛਾ ਮਾਹੌਲ ਬਣਾ ਕੇ ਰੱਖਿਆ। ਫੈਮਿਲੀ ਦੀ ਮੈਨੂੰ ਫੁੱਲ ਸਪੋਰਟ ਰਹੀ ਹੈ ਤੇ ਸਿਹਤ ਵਿਭਾਗ ਵੱਲੋਂ ਵੀ ਮੈਨੂੰ ਮਤਲਬ ਕਿ ਐਡਵਾਈਜ਼ਰੀ ਕੀਤੀ ਗਈ ਸੀ। ਤੇ ਮਤਲਬ ਕਿ ਇੱਕ ਬਹੁਤ ਵਧੀਆ ਮਤਲਬ ਕਿ ਜਿਹੜੀ ਮੈਂ ਆਪਣਾ 2-3 ਦਿਨ ਮੈਂ ਥੋੜਾ ਖੁਰਾਕ ਨਹੀਂ ਲੈ ਪਾਇਆ, ਉਸਦੀ ਵਜ੍ਹਾ ਤੋਂ ਮੈਨੂੰ ਥੋੜੀ ਜਿਹੀ ਸਰੀਰ 'ਚ ਗਰਮੀ ਮਹਿਸੂਸ ਹੋਈ ਤੇ ਬਾਅਦ 'ਚ ਜਾ ਕੇ ਮੈਂ ਉਹ ਖੁਰਾਕ ਵੀ ਬਰਕਰਾਰ ਕੀਤੀ ਤਾਂ ਫਿਰ ਮੈਂ ਬਿਲਕੁਲ ਮਤਲਬ ਕਿ ਆਪਣੇ ਆਪ ਨੂੰ ਰਿਲੈਕਸ ਫੀਲ ਕੀਤਾ। ਮੈਂ ਇਹੀ ਕਹਿਣਾ ਚਾਹੁੰਦਾ ਮਤਲਬ ਕਿ ਹੈਲਥੀ ਫੂਡ ਖਾਓ, ਹੈਵੀ ਫੂਡ ਨਾ ਖਾਓ ਤੇ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਊਗੀ। ਪੈਨਿਕ ਹੋਣ ਦੀ ਜ਼ਰੂਰਤ ਨਹੀਂ ਇਸ 'ਚ ਤੇ ਤੁਸੀਂ ਆਪਣਾ ਮਤਲਬ ਕਿ ਆਪਣੇ ਆਪ ਨੂੰ ਮਤਲਬ ਕਿ ਖੁਸ਼ਨੁਮਾ ਰੱਖੋ। ਤੇ ਜਿਵੇਂ ਤੁਸੀਂ ਦੇਖ ਰਹੇ ਹੋ, ਮੇਰੀ ਇੱਕ ਐਡਵਾਈਸ ਸੀਗੀ ਵੀ ਜਿਵੇਂ ਮੀਡੀਆ ਤੇ, ਚਲੋ ਮੀਡੀਆ ਵੀ ਦਿਖਾ ਰਿਹਾ, ਝੂਠ ਤਾਂ ਨਹੀਂ ਦਿਖਾ ਰਿਹਾ, ਸੱਚ ਦਿਖਾ ਰਿਹਾ ਜਿੱਦੇ ਵੀ, ਪਰ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਹੈ ਵੀ ਜਿਹੜੀਆਂ ਚੀਜ਼ਾਂ ਜਿਵੇਂ ਸ਼ਮਸ਼ਾਨ ਘਾਟ ਦੀ ਇੱਕੋ ਚੀਜ਼ ਨੂੰ ਬਾਰ-ਬਾਰ ਦਿਖਾਈ ਜਾਣਾ, ਤਾਂ ਉੱਥੇ ਵੀ ਲੋਕਾਂ ਦਾ ਜੋ ਮਾਈਂਡ ਹੈ ਉਸ ਥਾਂ ਤੇ ਜਾ ਕੇ ਰੁਕਦਾ ਹੈ। ਸੋ ਤੁਸੀਂ ਕਿਵੇਂ ਮਤਲਬ ਸੋਚਦੇ ਹੋ ਉਸ ਚੀਜ਼ ਨੂੰ? ਹਾਂ, ਮੈਂ ਚਾਹੁੰਦਾ ਮਤਲਬ ਕਿ ਜਿਹੜਾ ਇਸ ਦੌਰ ਚੋਂ ਗੁਜ਼ਰ ਰਿਹਾ, ਮਤਲਬ ਕਿ ਵੈਸੇ ਵੀ ਮਤਲਬ ਜਰਨਲੀ ਵੀ ਵੈਸੇ ਮਤਲਬ ਕਿ ਨਿਊਜ਼ ਵੱਲ ਘੱਟ ਧਿਆਨ ਦਿਆ ਜਾ, ਕਿਉਂਕਿ ਇਹ ਨਾ ਮਤਲਬ ਕਿ ਇੰਨਾ ਹੈ ਨਹੀਂ ਜਿੰਨਾ ਮਤਲਬ ਕਿ ਆਪਾਂ ਪੈਨਿਕ ਹੋ ਜਾਂਦੇ ਆ ਖਬਰਾਂ ਵਾਰ-ਵਾਰ ਦੇਖ ਕੇ। ਤੇ ਮੇਰੀ ਇਹੀ ਐਡਵਾਈਸ ਹੈ ਮਤਲਬ ਕਿ ਆਪਣਾ ਨੇੜੇ ਤੇੜੇ ਅੱਛਾ ਮਾਹੌਲ ਬਣਾਓ ਜਿੱਥੇ ਤੁਹਾਨੂੰ ਅੱਛਾ ਲੱਗਦਾ ਹੈ। ਜਿੱਦਾਂ ਹੁਣ ਮੈਂ ਮਤਲਬ ਕਿ ਆਪਣਾ ਕੁਝ ਹੰਸੀ ਮਜ਼ਾਕ ਦੇ ਸੀਰੀਅਲ ਪਸੰਦ ਕਰਦਾ ਸੀ, ਜਿੱਦਾਂ ਤਾਰਕ ਮਹਿਤਾ, ਕਪਿਲ ਸ਼ਰਮਾ, ਮੈਂ ਉਹ ਦੇਖ ਕੇ ਆਪਣਾ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਤੇ ਮਤਲਬ ਕਿ ਬਹੁਤ ਵਧੀਆ ਮਤਲਬ ਕਿ ਮੈਨੂੰ ਫੀਲ ਹੋਇਆ। ਮਤਲਬ ਕੋਈ ਇਹੋ ਜਿਹੀ ਗੱਲ ਨਹੀਂ, ਮਤਲਬ ਕਿ ਠੀਕ ਹੈ ਮਤਲਬ ਕਿ ਥੋੜੀ ਜਿਹੀ ਪ੍ਰੋਬਲਮ ਆਈ ਹੈ ਪਰ ਮਤਲਬ ਕਿ ਆਪਾਂ ਇੱਕ ਅੱਛਾ ਮਾਹੌਲ ਬਣਾ ਕੇ ਫੈਮਿਲੀ ਸਪੋਰਟ ਨਾਲ ਉਸ ਤੋਂ ਬਾਹਰ ਨਿਕਲੇ। ਮਤਲਬ ਦਹਿਸ਼ਤ ਦਾ ਮਾਹੌਲ ਨਾ ਬਣੇ, ਠੀਕ ਹੈ ਬਿਮਾਰੀ ਹੈ, ਬਿਮਾਰੀ ਦਾ ਇਲਾਜ ਵੀ ਹੈ ਤੇ ਆਪਾਂ ਮਤਲਬ ਉਹਦੇ ਨਾਲ, ਬਿਮਾਰੀ ਨਾਲ ਲੜਨਾ ਹੈ, ਸਰੈਂਡਰ ਨਹੀਂ ਕਰਨਾ ਬਿਮਾਰੀ ਅੱਗੇ। ਤੇ ਬਿਲਕੁਲ ਡਾਕਟਰ ਕਮਲਪ੍ਰੀਤ ਅਰੋੜਾ ਜੀ ਨੂੰ ਵੀ, ਜੋ ਕਿ ਪਲਮਨੋਲੋਜਿਸਟ ਨੇ, ਲੰਗ ਸਪੈਸ਼ਲਿਸਟ ਨੇ, ਉਹਨਾਂ ਦਾ ਐਕਸਪੀਰੀਅੰਸ ਕਿਤੇ ਜ਼ਿਆਦਾ ਹੋਊਗਾ। ਸੋ ਉਹਨਾਂ ਨੂੰ ਵੀ ਆਪਾਂ ਕਹਿੰਦੇ ਆ ਡਾਕਟਰ ਸਾਹਿਬ ਥੋੜਾ ਆਪਣਾ ਵਿਚਾਰ ਦੱਸਣ। ਸਰ ਇਸ ਤਰ੍ਹਾਂ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਜਿਵੇਂ 100 ਬੰਦਿਆਂ ਨੂੰ ਇਨਫੈਕਸ਼ਨ ਹੋਇਆ ਨਾ ਕੋਵਿਡ ਦਾ, ਉਹਦੇ ਵਿੱਚੋਂ 5-7-10 ਬੰਦਿਆਂ ਨੂੰ ਸੀਵੀਅਰਿਟੀ ਜ਼ਿਆਦਾ ਹੈ। ਹੋਰ ਇਹ एक्चुअली प्रोपागेंडा है मीडिया का, इसको मतलब एम्पलीफाई किया गया है। दूसरा क्या है कि जो एम्पलीफिकेशन है वो पैनिक स्टेज में, मतलब पैनिक ऐसे हो गए हैं लोग कि जिनको माइल्ड कोविड भी था, जो घर पर ट्रीट हो सकते थे, वो भी ਹਸਪਤਾਲ ਵਾਸਤੇ ਤੁਰ ਪਏ ਤੇ ਫਿਰ ਉਹਨਾਂ ਦੀ ਰਿਪੋਰਟਾਂ ਭਾਵੇਂ ਆਰਟੀਪੀਸੀਆਰ ਤੁਹਾਡਾ ਨੈਗੇਟਿਵ ਆਏ, ਪੋਜ਼ਿਟਿਵ ਆਏ, ਸੀਟੀ ਸਕੈਨ ਪਰ ਤੁਹਾਡੀ ਵੈਲਿਊ 8 ਤੋਂ ਵੀ ਕਮ ਆ, ਜਿਵੇਂ ਕੋਰੈਟਸ 5 ਲੇਟੈਸਟ ਸਕੋਰ ਅਸੀਂ यूज करते हैं, तद भी लोगों ने आउट ऑफ द फियर पहले ही बेड ऑक्यूपाई कर लिए, फिर उनको नहीं छोड़ा। उसकी वजह से ये पैंडेमिक की स्थिति ज्यादा खराब हुई है। तो एक्चुअली जो नीडी थे वास्तविकता में,
उनको एग्जैक्टली बेड्स नहीं मिल पाए, तो उसकी वजह से ये प्रॉब्लम ज्यादा हुई है, पहली चीज। दूसरी चीज कि आप मीडिया में जो दिखाया जा रहा है वो कुछ हद तक सही है, बाकी ये है कि गवर्नमेंट की प्रिपरेशंस काफी पुअर थी इसको लेके। वैक्सीनेशन ड्राइव इनको पहले करना चाहिए था नाउ, और आज की स्थिति में ये है कि इनको वैक्सीनेशन ड्राइव, इनको पता था कि ये जेनेटिकली इंजीनियर्ड वायरस है, तो ये वापस आ सकता है। तो जब ये फर्स्ट टाइम ही आया था तभी इनको वैक्सीनेशन के लिए पहले अप्रोच कर लेना चाहिए था, जैसे कि जॉनसन जॉनसन और जॉनसन जॉनसन जो यूएस की कंपनी है, उसने इनको पहले ही बोला था कि आप वैक्सीन ले लो, पर तब इंडियन गवर्नमेंट ने इंडिजिनियसली वैक्सीन डिजाइन किया और उसमें काफी टाइम खराब कर दिया। दूसरी चीज ये है कि यदि आपको माइल्ड सिम्टम्स हैं कोविड की, रिपोर्ट आपकी यदि है और आपके पास ऑक्सीजन सैचुरेशन आपका 94 के आसपास है, तो आपको परेशान होने की जरूरत नहीं। बहुत थोड़ी सी दवाइयों में आप बहुत बेटर फील कर सकते हो। रोज रात को गार्गल करो, कहीं से भी बाहर आते हो अपने हाथ को सैनिटाइज करो, डबल लेयर मास्क यूज करो, N95 यूज कर सकते हो, N95 यूज करो, या फिर डबल लेयर मतलब जैसे पहले कॉटन का मास्क लगा लिया, उसके ऊपर से 3 प्लाई अपना सर्जिकल मास्क लगा लिया, दैट इज बेटर। और आप अपना जो 3 प्लाई मास्क है वो एवरी 6 आवर्स के बाद डिस्कार्ड करो, वो 1-2 रुपए का ही आता है बेसिकली। तो प्रिवेंशन में ही हमारा क्योर है, और यदि हम हमारा प्रिवेंशन नहीं करेंगे तो क्योर तो बहुत दूर क्यों आता है। आज तक कोई भी एंटीवायरल 100% इफेक्टिव नहीं हुआ है, ठीक है। दूसरी चीज जो सबसे बड़ी बात है कि आप नेगेटिव चीजों और नेगेटिव थॉट्स को अपने पास मत आने दीजिए। कोई भी जंग है ना, कोई भी जंग, इतिहास गवाह है, हमेशा हौसले से जीती जाती है। ये भी एक जंग है, इसको भी हौसले से जीता जाए। आप हौसला हार के नहीं कर सकते। ये तो जैसे कि महाभारत में भी भगवान कृष्ण ने किया है, वो बेसिकली वैसे ही है जैसे कि उन्होंने ये बोला कि नहीं, अर्जुन आपसे बेटर है, कर्ण को बोलते रहे, और जबकि कर्ण उन अर्जुन से कहीं बेटर था। तो हमें ये सब चीजें जो मीडिया कर रहा है इसके ऊपर ध्यान नहीं देना है, अपना प्रिकॉशन रखना है, अपने एहतियात बरतने हैं, अपनी सेफ्टी मेजर्स लेके चल रहे हैं, और बहुत कुछ सर्वाइवल है। हम भी तो रोज मतलब 100-50 मरीज देखते ही हैं कोविड के, तो ऐसा नहीं है। पर ये है कि 150 मरीज देखने के बाद हम लोग, मैं तो मतलब पर्सनली ढंग से देखता हूँ, मतलब स्टैट भी लगाता हूँ, सारी चीजें भी करते हैं, बट प्रॉपर प्रिकॉशंस लेके करते हैं, इसलिए सर्वाइवल है। बेसिक चीज ये है कि आपका सर्वाइवल आपके प्रिकॉशंस पर है, और मीडिया के ऊपर मत जाइए, नेगेटिव खबरों के ऊपर मत जाइए। पॉजिटिव एस्पेक्ट भी देखो ना आप, मोर जितने पेशेंट पॉजिटिव आते हैं उसमें से मोर देन 60-70% पेशेंट आपके ठीक हो रहे हैं। आप प्रोपागेंडा करना है तो अच्छी चीजों का करो, नेगेटिव चीजों का प्रोपागेंडा करना तो सबसे आसान काम है। तो इंस्टेड ऑफ डूइंग द नेगेटिव थॉट्स का इम्प्लीकेशन और उनको प्रोपागेंडा करने से बेटर है कि आप ये सोचिए कि हमारे पास अच्छाई के लिए क्या है। अच्छाई के लिए हमारे पास बहुत कुछ है, हमारे पास आपसी भाईचारा है, एकता है, हमारे पास प्रिकॉशंस हैं। कोविड से लड़ने के लिए हमारे पास प्रिकॉशन है, मास्क है, अपना नॉर्मल जो नींबू है विटामिन सी से भरपूर है, आंवला है वो विटामिन सी से भरपूर है, कद्दू वगैरह की सब्जी है, ये सब जिंक इसके अंदर सबसे एसेंशियल होता है, टमाटर है इसके अंदर लाइकोपीन होता है, सबसे बड़ा एंटीऑक्सीडेंट है। तो अपना जो देसी खाना है उसके ऊपर ध्यान दीजिए, अपनी सफाई रखिए। जिਵੇਂ ਵਾਹਿਗੁਰੂ ਜੀ ਦਾ ਹੁਕਮ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਣੀ ਤੇ ਤੁਸੀਂ ਹੱਥ ਮਿਲਾਣਾ ਹੀ ਨਹੀਂ, ਤੇ ਸਤਿ ਸ੍ਰੀ ਅਕਾਲ ਕਰੋ ਸਾਰਿਆਂ ਨੂੰ ਦੂਰੋਂ ਹੀ, ਤੇ ਚੜ੍ਹਦੀ ਕਲਾ ਵਿੱਚ ਰਹੋ, ਬਸ ਇਹੀ ਬੇਸਿਕ ਆ। ਠੀਕ ਹੈ ਹੋਰ ਸਰ, ਦੱਸੋ ਸਰ। ਥੈਂਕ ਯੂ ਸਰ। ਤੇ ਡਾਕਟਰ ਸਤਨਾਮ ਜੀ, ਡਾਕਟਰ ਸਤਨਾਮ ਸਿੰਘ ਸਿਰਾ ਏਮਸ ਤੋਂ ਨੇ, ਇਹ ਵੀ ਸਾਡੇ ਨਾਲ ਮੋਰਚੇ 'ਚ ਵੀ ਸ਼ੁਰੂ ਤੋਂ ਜੁੜੇ ਹੋਏ ਨੇ। ਤੇ ਥੈਂਕਸ ਡਾਕਟਰ ਸੋਮਿਤਰਾ ਫਰੋਮ ਕੋਲਕਾਤਾ, ਇਹਨਾਂ ਨੇ ਜੁਆਇਨ ਕੀਤਾ ਹੈ ਡਾਕਟਰ ਸਾਹਿਬ। ਸੋ ਡਾਕਟਰ ਸਤਨਾਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਹੈਲੋ, ਹਾਂਜੀ ਸਾਰਿਆਂ ਨੂੰ ਜੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਮੈਂ ਡਾਕਟਰ ਸਾਹਿਬ ਦੀ ਗੱਲ ਸੁਣ ਰਿਹਾ ਸੀ, ਤੇ ਆਪਣੇ ਪੇਸ਼ੈਂਟ ਜਿਹੜੇ ਹੈ ਨੇ ਜਿਨ੍ਹਾਂ ਨੂੰ ਕੋਵਿਡ ਦੀ ਜਿਹੜੀ ਪ੍ਰੋਬਲਮ ਹੋ ਚੁੱਕੀ ਹੈ, ਠੀਕ ਹੈ ਜੀ, ਦਿਨੇਸ਼ ਜੀ, ਇਹਨਾਂ ਦੀ ਮੈਂ ਗੱਲਾਂ ਸੁਣੀਆਂ, ਬਿਲਕੁਲ ਸਹੀ ਨੇ। ਤਾਂ ਸਭ ਤੋਂ ਪਹਿਲੀ ਚੀਜ਼ ਹੈ ਕਿ ਸਾਨੂੰ ਪੈਨਿਕ ਨਹੀਂ ਹੋਣੀ, ਠੀਕ ਹੈ। ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਪਈ ਹੈ ਉਹ ਇਹ ਹੈ ਕਿ ਲੋਕ ਜਦੋਂ ਵੀ ਟੈਸਟ ਕਰਾਉਂਦੇ ਨੇ ਪੈਨਿਕ ਹੋ ਰਹੇ ਨੇ, ਨਿਊਜ਼ ਦੇਖ ਕੇ ਡਰਦੇ ਪਏ ਨੇ, ਉਹਦੇ ਨਾਲ ਉਹਨਾਂ ਨੂੰ ਸਭ ਨੂੰ ਪ੍ਰੋਬਲਮ ਹੁੰਦੀ ਹੈ। ਤਾਂ ਏਦਾਂ ਦੀ ਕੋਈ ਬਿਮਾਰੀ ਨਹੀਂ ਹੈ ਕਿ ਜਿਹੜੀ ਕਿਉਰ ਨਾ ਹੋਵੇ। ਜਿਸ ਤਰ੍ਹਾਂ ਕਿ ਸਾਡੇ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਪ੍ਰੀਕੋਸ਼ਨਸ, ਠੀਕ ਹੈ ਜੀ। ਹਰ ਚੀਜ਼ ਦੀ ਪ੍ਰੀਵੈਂਸ਼ਨ ਇੱਕ ਇਹੀ ਹੁੰਦੀ ਹੈ ਕਿ ਪ੍ਰੀਵੈਂਸ਼ਨ ਅਸੀਂ ਇਸ ਤਰ੍ਹਾਂ ਹੀ ਕਰ ਸਕਦੇ ਹਾਂ ਜਿੱਦਾਂ ਵੀ ਅਸੀਂ ਹਰ ਚੀਜ਼ ਦਾ ਪ੍ਰੀਕੋਸ਼ਨ ਲਈਏ, ਤਾਂ 99% ਪ੍ਰੀਕੋਸ਼ਨ ਵਾਲੀ ਬਿਮਾਰੀ ਸਾਡੇ ਕੋਲ ਦੂਰ ਰਹੇਗੀ। ਰਹੀ ਗੱਲ ਜਿੱਦਾਂ ਹੁਣ ਕੋਵਿਡ ਪੇਸ਼ੈਂਟ ਨੇ, ਜਿਸ ਤਰ੍ਹਾਂ ਦਿਨੇਸ਼ ਜੀ ਨੇ
ਠੀਕ ਹੈ ਜੀ। ਇਹ ਹਰ ਕੋਈ ਵੀ ਪੇਸ਼ੈਂਟ ਹੋਵੇ, ਕੋਈ ਵੀ ਮਿੱਤਰ ਯਾਰ ਹੋਵੇ ਜਾਂ ਕੋਈ ਵੀ ਪਰਸਨ ਹੋਵੇ, ਇਹ ਜੈਨੂਇਨ ਨਹੀਂ ਹੈ ਕਿ ਜਦੋਂ ਉਹ ਪੇਸ਼ੈਂਟ ਜਾਂ ਕੋਈ ਉਹ ਪਰਸਨ ਇਹ ਚੀਜ਼ ਨੂੰ ਦੇਖਦਾ ਹੈ, ਸੁਣਦਾ ਹੈ, ਰਿਪੋਰਟ ਆਉਂਦੀ ਹੈ, ਕਿਉਂਕਿ ਇੰਨਾ ਪੈਨਿਕ ਹੋ ਰੱਖਿਆ ਨਿਊਜ਼ ਦੇ ਕਾਰਨ ਕਿ ਤੁਸੀਂ ਸੋਚਦੇ ਹੋ ਕਿ ਯਾਰ ਕੋਵਿਡ ਹੋ ਗਿਆ ਤੇ ਹੁਣ ਬਹੁਤ ਕੰਮ ਖਰਾਬ ਹੋ ਗਿਆ, ਹੁਣ ਮੇਰਾ ਪਤਾ ਨਹੀਂ ਕੀ ਹੋਣਾ। ਤੋ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਅਵੋਇਡ ਕੀਤੀ ਕਰਿਆ ਜਾਏ ਨਿਊਜ਼ ਦੇਖਣਾ। ਤੇ ਜਿਹੜਾ ਦਿਨੇਸ਼ ਜੀ ਨੇ ਬੋਲਿਆ ਕਿ ਉਹਨਾਂ ਨੇ ਸਟਾਰਟ ਕੀਤਾ ਆਪਣਾ ਵਾਪਿਸ ਤੋਂ, ਜਿੱਦਾਂ ਜਿਹੜੇ ਉਹਨਾਂ ਨੂੰ ਸੀਰੀਅਲ ਪਸੰਦ ਸੀਗੇ, ਜਿਸ ਚੀਜ਼ 'ਚ ਉਹ ਜ਼ਿਆਦਾ ਟਾਈਮ ਸਪੈਂਡ ਕਰਦੇ ਸੀਗੇ, ਜਿੱਦਾਂ ਆਪਣਾ ਉਹ ਚੀਜ਼ਾਂ ਦੇਖੋ ਇੰਸਟੈਡ ਆਫ ਦੇਖਣ ਨੈਗੇਟਿਵ ਚੀਜ਼ਾਂ। ਦੂਜੀ ਗੱਲ ਹੈ ਪ੍ਰੀਕਾਸ਼ਨ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਚੰਗਾ ਖਾਣਾ ਖਾਣਾ। ਤੇ ਚੰਗਾ ਤੁਸੀਂ ਖਾਣਾ ਆਪਣਾ ਖਾਂਦੇ ਰਹੋ, ਠੀਕ ਹੈ, ਉਹ ਸਭ ਤੋਂ ਜ਼ਰੂਰੀ ਹੈ। ਤੁਸੀਂ ਕੋਈ ਵੀ ਬਿਮਾਰੀ ਲੈ ਲਓ, ਈਵਨ ਦਾ ਹਸਪੀਟਲ ਸੈਟਿੰਗ 'ਚ ਦੇਖ ਲਓ ਜਾਂ ਹੈਲਥ ਕੇਅਰ ਪ੍ਰੋਫੈਸ਼ਨਲ ਦੇਖ ਲਓ, ਜਿੱਦਾਂ ਕਿ ਕੋਈ ਵੀ ਹੈਲਥ ਕੇਅਰ ਪ੍ਰੋਫੈਸ਼ਨਲ ਉਹਨਾਂ ਨੂੰ ਟੀਵੀ ਦੀ ਬਿਮਾਰੀ ਉਹਨਾਂ ਡਾਕਟਰਾਂ ਤੇ ਸਟਾਫ ਨੂੰ ਹੀ ਹੁੰਦੀ ਹੈ, ਜਿਹੜੇ ਖਾਣਾ ਨਹੀਂ ਖਾ ਪਾਉਂਦੇ, ਸਿਰਫ ਕੰਮ ਕਰਦੇ ਰਹਿੰਦੇ ਨੇ, ਸਹੀ ਟਾਈਮ ਤੇ ਖਾਣਾ ਨਹੀਂ ਖਾਂਦੇ ਤੇ ਆਪਣੇ ਨੂੰ ਹੋਰ ਚੀਜ਼ਾਂ ਨਹੀਂ ਲੈਂਦੇ, ਠੀਕ ਹੈ ਜੀ, ਪ੍ਰੀਕਾਸ਼ਨ ਨਹੀਂ ਕਰਦੇ ਚੰਗੀ ਤਰ੍ਹਾਂ। ਇਦਾਂ ਹੀ ਆਪਣੇ ਇਹ ਕੋਵਿਡ ਦੇ ਹੈ, ਮੈਕਸਿਮਮ ਲੋਕ ਜੋ ਚੰਗੀ ਤਰ੍ਹਾਂ ਠੀਕ ਹੋ ਰਹੇ ਨੇ, ਸਭ ਤੋਂ ਜੀ ਉਹਨਾਂ 'ਚ ਬੈਟਰ ਚੰਗੀ ਉਹ ਲੋਕ ਖਾਣਾ ਖਾਂਦੇ ਪਏ ਨੇ। ਸੈਕਿੰਡ ਡੇ ਅਗਰ ਉਹਨੂੰ ਲੱਗਦਾ ਹੈ ਉਹ ਡਾਕਟਰ ਨੂੰ ਅਪਰੋਚ ਕਰਦੇ ਨੇ ਤਾਂ ਮੈਡੀਸਨ ਉਹਨਾਂ ਦੀ ਚਾਲੂ ਹੋ ਜਾਂਦੀ ਹੈ, ਠੀਕ ਹੈ ਜੀ। ਸੋ ਇਦਾਂ ਦਾ ਕੁਝ ਹੈ ਨਹੀਂ ਕੋਵਿਡ ਠੀਕ ਨਾ ਹੋਏ। ਰਹੀ ਗੱਲ ਜਿਹੜਾ ਨੈਗੇਟਿਵਿਟੀ ਹੈ ਕੋਵਿਡ 'ਚ ਹੈ ਕਿ ਇੰਨੀ ਡੈਥਸ ਹੋ ਗਈ ਨੇ ਜਾਂ ਕੁਝ ਇਦਾਂ ਅੱਗੇ ਹੋ ਗਿਆ ਹੈ, ਉਹਦੇ ਲਈ ਇੱਕ ਸਿੰਪਲ ਜਿਹੀ ਚੀਜ਼ ਹੈ ਕਿ ਇਸ ਮਿਸਮੈਨੇਜਮੈਂਟ ਆਫ ਮੈਡੀਕਲ ਥਿੰਗਸ, ਠੀਕ ਹੈ ਜੀ। ਤੇ ਇਮੀਡੀਏਟਲੀ ਕਿਉਂਕਿ ਪਹਿਲੇ ਹਰ ਕੋਈ ਬੰਦਾ ਅਵਾਇਡ ਕਰ ਰਿਹਾ ਸੀ ਸਭ, ਫਿਰ ਇੱਕ ਅਚਾਨਕ ਨਾਲ ਨੰਬਰ ਆਫ ਕੇਸ ਸਰਚ ਹੋਏ, ਠੀਕ ਹੈ ਜੀ, ਉਹ ਵਧਿਆ ਹੈ ਤੇ ਉਹਦੇ ਨਾਲ ਕਿਹਾ ਕਿ ਹਸਪੀਟਲ 'ਚ ਪੈਨਿਕ ਹੋ ਗਿਆ ਹੈ, ਠੀਕ ਹੈ। ਹਸਪੀਟਲ ਦੀ ਜਿਹੜੀ ਆਪਣੀ ਰਿਕੁਆਇਰਮੈਂਟ ਸੀ ਉਹ ਅਗਰ 100 ਬੈੱਡ ਤੇ ਉਹਨਾਂ ਨੂੰ ਆਕਸੀਜਨ ਜ਼ਰੂਰਤ ਸੀਗੀ, ਨਾਓ ਇਟ ਇਜ਼ 600 ਬੈੱਡ। ਉਹ ਪਹਿਲੇ 1 ਤੋਂ 2 ਲੀਟਰ ਸੀ ਤੇ ਹੁਣ ਹਰ ਪੇਸ਼ੈਂਟ ਨੂੰ 15 ਲੀਟਰ, ਤਾਂ ਓਬਵੀਅਸਲੀ ਇਹ ਬਹੁਤ ਜੈਨੂਇਨ ਚੀਜ਼ ਹੈ ਕਿ ਆਕਸੀਜਨ ਉੱਤੇ ਘੱਟ ਪੈ ਜਾਏਗੀ ਹਸਪੀਟਲ 'ਚ, ਠੀਕ ਹੈ। ਤਾਂ ਆਪਣੀ ਜਿਹੜੀ ਪੁਰਾਣੀ ਚੀਜ਼ਾਂ ਨੇ ਆਪਾਂ ਜਿਹੜੇ ਅਪਣਾਉਂਦੇ ਨੇ, ਲੋਕ ਕਹਿੰਦੇ ਨੇ ਐਕਸਰਸਾਈਜ਼ ਸਭ ਤੋਂ ਜ਼ਿਆਦਾ ਖਾਣਾ ਹੈ, ਐਕਸਰਸਾਈਜ਼ ਕਰੋ, ਠੀਕ ਹੈ ਜੀ, ਮਲਟੀਵਿਟਾमिन ਚੰਗਾ ਖਾਣਾ ਖਾਓ, तो ये 100% श्योर है कि ਤੁਸੀਂ ਸਾਰੇ ਜਣੇ ਠੀਕ ਹੋ। यही मेरा मैसेज है, ठीक है। ਤੇ ਮੈਂ ਹੁਣ ਦਵਾਂਗਾ ਡਾਕਟਰ ਸਾਹਿਬ ਦਾ ਅਵਤਾਰ ਸਿੰਘ ਜੀ, ਜਰਾ ਕੈਰੀ ਔਨ ਕਰੋ। ਹਾਂਜੀ ਹਾਂਜੀ ਬਿਲਕੁਲ, थैंक्स डॉक्टर आशीष फ्रॉम त्रिपुरा। डॉक्टर साहब स्टार्ट हॉस्पिटल में भी अपनी सेवाएं दे के गए हैं। और डॉक्टर सौमित्रा, सो इनका भी बहुत थैंक्स है। डॉक्टर सौमित्रा जी जो आज का मेन है कि मोटिवेट, जैसे कि दिनेश जी हैं, इन्होंने सरवाइव किया है और लोगों को और भी मोटिवेट करना चाहते हैं भी पैनिक होने की जरूरत नहीं है, बीमारी है, हम लड़ सकते हैं इस बीमारी से अपनी विल पावर के साथ। सो आपका क्या विचार है डॉक्टर सौमित्रा जी? Hello. Actually, I have also suffered from COVID last year and recovered successfully. And even all my family members, my wife, my both children, they got COVID positive, and then we all took our treatment in home with proper monitoring and successfully recovered. Actually, in COVID, what happens? Out of every 100 patient, 90 patient will pass mild symptoms or asymptomatically with minimum symptoms like fever, cough, headache, and like any other flu with paracetamol and other medications, they will recover. The problem is with the remaining 10% of patient. Out of this 10% patient, 2% will die. Means out in every 100 patient, 2 will die. Now the problem is that the incidence is so high at this point of time, where we find that every day 2 lakhs to 3 lakhs people are getting infected with COVID. It is expected that 3% means at least 2% means 1 to 2,000 people will die every day. The problem is not the disease, but it is the incidence, number of patients that are coming in a single point of time. What we mean incidence. So the main point we should focus that for this, for prevention, as someone said before me, use of face mask. You have seen when I went there at Shingu border, I regularly, though there was no cases at that time, we used to wear
face mask every time because that became a habit for us. Because when I am working in an ICCU in the COVID situation, and even in Kolkata today, all the ICCU and general beds in every private and government hospital is full. Death rate is, as I said, 2%. So every day 400, 500 people are dying. So to prevent the chain of transmission, what we need first is protection of face mask, using face mask. This is the main thing. If a COVID patient and a non-COVID patient, even the talks face to face with both wearing face mask, chance of transmission is very minimum. Is very minimum because the aerosol, that mode of transmission, aerosol, is almost nil if we wear mask. Besides healthy food, exercise, these are other things that we should take care of. But when we find the situation, someone is getting fever with respiratory distress, okay, his saturation coming down, we must separate them and take the because the saturation drops rapidly, very rapidly. We have seen this time. Last year, the saturation of oxygen saturation used to come down slowly, but this time worsening is much more faster, which is claiming more life. So if we can segregate the patients who are coming into moderate and severe group and the asymptomatic or mild group, then treatment can be delivered more effectively to those who need them. Okay, so where oxygen right, Dr. and Saab, other things. thanks. Dr. साहब, इसमें थोड़ा सा अभी 15 मिनट की मीटिंग और रह गई है, थोड़ा सा हम इसको मतलब थोड़ा सा बस इसको टाइम का एडजस्टमेंट करके करते हैं. बड़े वैल्यूएबल पॉइंट्स बताए आपने. Okay. बहुत वैल्यूएबल पॉइंट्स बताए. और कोई पॉइंट्स आपका सर? Okay, next time we will conclude. Okay, you let others to also give their opinion. Okay. Thank you, Dr. Dr. Ashish. Thank you. Dr. Ashish from Tripura. सर सुन पा रहे हैं? सर आपका म्यूट किया हुआ आपने. आपका मोबाइल से म्यूट है सर, आपकी आवाज नहीं आ रही. Yes. Okay. Start please. Yeah, audible. Yes. It's audible. Yeah. Just introducing myself. Like I'm as a pain specialist. I practice our hospital there in Howrah University Law. So I do a lot of telemedicine practice. I have rural telemedicine clinics. So that way, this is mentioning this is some corona management. That is, I'm coming next. So there in our hospital has been turned into a 100% corona hospital. It's a 300-bedded specialty hospital in West Bengal and Howrah district, and I've been working since 2011 there. And there I have the experience of hands-on experience on corona management. And with that, and by dint of my knowledge in my practice in telemedicine, both the things I combined and started a voluntary effort from me through telemedicine. So details of that methods I'm not going to narrate right now. This is not right. So that will be later in some other occasion. So things that with that I just like to add a few more points that I have seen that in my in my database. It's clear that the people who are in rural background, who are going out, doing a lot of manual work, living in the open space, they have least affection or no affection of this corona virus. So the corona-19 only affects, specifically affecting more people who are little sedentary and living in a congested urban setup, like in flats,
in houses which are not that spacious and don't have much of space around. And they move in office car and very small area of say movement. And these are all safe, so-called safe covered conditions like this. So they are mostly affecting. They are getting affected. Last time also that was the feature, and this time also this is no exception. Even when you find that different areas, the laborers, erroneously called migrant laborer, all people are migrant, and those people, they had a very bad time for country. I mean, I say very shameful way of and getting into their target of reaching home, and many of people, thousands of people have died. So that time we found initially when they were returning, we apprehended that when they come back to the rural villages, the villages they'll be massacred. But what was so astonishing is nothing happened. Nothing happened. Even the people who came, had they have any corona affection, they didn't have any corona, I mean, disease expressed, or they didn't spread it out. Rather, the spread was in the urban setup. And now the big jolt in increasing the corona has got this, this background of these elections and the Kumbh. In the Kumbh, irresponsible politicians and this state leaders and national leaders, they call people, and there was an assembly of 22 lakhs. So we are still heading for that peak. Peak hasn't come. So we'll have a more disastrous outcome still to come. So most important point is that what Dr. Sab bataya tha, before me, I was telling that exercise, immunity, that has very good relation to our immune system. That if living in open space, living with the nature more intimately, making this thing laborious, making manual labor every day, who are going for manual labor more, they have least affection of this corona. That is true with farmer congregation. I had the chance of working some days in Singhu border and have just a look at this Gazipur. But in Singhu, I worked almost 8 days, and I and my friend, our team from Tripura Yuktivad Vikas Manch, they one science organization. So we kept the statistics also. So we had not a single suspect of infection that is out of allergy, because people don't wear mask and there is a lot of dust around the place. People go on foot all the time and there is dust, and from the dust they have allergic throat infection, but not a single suspect case of corona. And that's a very remarkable finding. I don't think till now I maintain relation with the Life Care Foundation, and I exchanged information. I haven't heard any such affair, and so this is one remarkable point, because most of the people have come from the rural coronavirus and they are free of corona. So this is one remarkable point. So if that happens at all, starts there, we have to be ready to tackle that. Actually, we have just few more minutes. This is a 40 minutes. Hello. Hello. Hello, Mr. Raptar. Yes. Yeah. Should I finish here? I'm not audible, is it?
Yes, sir. Yes, sir. Please give a finishing note. Yeah, finishing note is there. We need not have to panic about corona in farmers' congregation, the gathering we have in the movement. What in West Bengal I have seen in my own eyes, what is happening in Kerala and other states bound for election. There, people have a lot of corona affected spreader. And like that here in Kumbh also, one foolish doctor went from our place to Kumbh. That person has got डॉक्टर आशीष 2 मिनट हम डॉक्टर रंजीत सिंह अपने जो होशियारपुर से हैं, आप मिले थे लास्ट टाइम. right. Okay. डॉक्टर रंजीत अनम्यूट कीजिए और अपना कमेंट दीजिए. हाँ जी, सत श्री अकाल सारिਆਂ ਨੂੰ. सत श्री अकाल जी. बेसिकली चलो कोविड की गल ਆਪਾਂ व्यूज ਸਾਰੇ ਡਾਕਟਰਸ ਨੇ ਆਪਣੇ ਓਪੀਨੀਅਨ ਵੀ ਦੇ ਦਿੱਤੇ ਨੇ, ਐਕਸਪਲੇਨ ਵੀ ਕਰ ਦਿੱਤਾ ਕਿ ਉਹ ਕੀ ਹੈਗਾ. ਹੁਣ ਜੋ ਕਰੰਟ ਕੰਡੀਸ਼ਨ ਹੈ ਇਹਦੇ ਵਿੱਚ ਜੋ ਮੀਡੀਆ ਦਾ ਰੋਲ ਹੈ ਆਪਾਂ ਉਹ ਤੇ ਥੋੜੀ ਗੱਲ ਕਰ ਲਈਏ. ਜੀ 1 ਮਿੰਟ. यस. ਠੀਕ ਹੈ, ਇਹਨੂੰ ਪੈਨਿਕ ਕਰਨ ਦੇ ਪਿੱਛੇ ਮੈਨੂੰ ਤਾਂ ਲੱਗਦਾ ਉਹ ਜਿਵੇਂ ਬਲੈਕ ਮਾਰਕੀਟਿੰਗ ਵਾਲੇ ਹੁੰਦੇ ਨਾ ਵੀ ਰੌਲਾ ਪਾਓ, ਡਰ ਫੈਲਾਓ ਤੇ ਚੀਜ਼ਾਂ ਮਹਿੰਗੀਆਂ ਵੇਚੋ. ਠੀਕ ਹੈ, ਦੈਟ ਟਾਈਪ ਆਫ ਸਟ੍ਰੈਟਜੀ ਚੱਲ ਰਹੀ ਹੈਗੀ ਆ. ਤੇ ਕੁਝ ਥੋੜਾ ਇਹਨਾਂ ਦਾ ਲੀਡਰਸ ਜਿਹੜੇ ਹੈਗੇ ਨੇ ਪੋਲੀਟੀਕਲਸ, ਜਿਵੇਂ ਤੁਸੀਂ ਯੂ ਕੈਨ ਸੇ ਗੋਦੀ ਮੀਡੀਆ ਜਿਹਨੂੰ ਕਹਿ ਦਿੰਦੇ ਆਪਾਂ, ਉਹਨਾਂ ਨੇ ਇਹ ਡਰ ਫੈਲਾਇਆ ਹੋਇਆ ਕਿ ਹਾਂ ਵੀ ਹੁਣ ਕੋਵਿਡ ਫੈਲ ਰਿਹਾ ਤੇ ਕੁਝ ਉਹ ਜਿਹੜਾ ਇਹ ਡਰ ਉਹਨੂੰ ਕੈਸ਼ ਕਰਨਾ ਚਾਹੁੰਦੇ ਨੇ, ਜਿਹੜਾ ਕਿ ਕਿਸਾਨੀ ਸੰਘਰਸ਼ ਚੱਲ ਰਿਹਾ, ਜਿੱਥੇ ਤੱਕ ਮੇਰੀ ਸੋਚ ਹੈਗੀ ਹੈ. ਤੇ ਇਹ ਪਤਾ ਨਹੀਂ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ, ਬਟ ਉਹ ਇਸ ਚੀਜ਼ ਨੂੰ ਪੈਨਿਕ ਕਰ ਰਹੇ ਨੇ. ਬਟ ਇਸ ਚੀਜ਼ ਨੂੰ ਪੈਨਿਕ ਕਰਨ ਦੀ ਲੋੜ ਨਹੀਂ. ਜੋ ਮੀਡੀਆ ਦਾ ਇਸ ਟਾਈਮ ਤੇ ਰੋਲ ਇਹ ਬਣਦਾ ਕਿ ਮੀਡੀਆ ਜਿਹੜੇ ਪੇਸ਼ੈਂਟ ਕਿਉਰ ਹੋਏ ਨੇ ਜਾਂ ਜਿਹੜੇ ਕੁਆਰੰਟਾਈਨ ਹੋਮ ਦੇ ਵਿੱਚ ਨੇ, ਚੰਗੀ ਹੈਲਥ ਜਿਹੜੇ ਆਪਾਂ ਰਿਕਵਰੀ ਕਰ ਰਹੇ ਆ, ਉਹਨਾਂ ਦੇ ਇਹਨਾਂ ਨੂੰ ਵੀਡੀਓਜ਼ ਜਿਵੇਂ ਕਹਿ ਲੈਂਦੇ ਆ ਆਪਾਂ ਕਿ ਇਹਨਾਂ ਦੀ ਇੰਟਰਵਿਊਜ਼ ਲੈ ਕੇ ਉਹ ਸਰਕੂਲੇਟ ਕਰਨੀ ਚਾਹੀਦੀ ਹੈ ਤਾਂ ਕਿ ਜਨਤਾ ਪੈਨਿਕ ਹੋ ਕੇ ਹਸਪੀਟਲ ਚ ਨੂੰ ਰਸ਼ ਨਾ ਕਰੇ ਔਰ ਜਿਹੜਾ ਨੀਡੀ ਪੇਸ਼ੈਂਟ ਆ ਉਹਦੀ ਰਿਕੁਆਇਰਮੈਂਟਸ ਨੂੰ ਜਿਹੜੀਆਂ ਹੈਗਾ ਡਿਸਟਰਬ ਨਾ ਕਰਨ. ਕੁਝ ਪੇਸ਼ੈਂਟਸ ਇਦਾਂ ਦੇ ਵੀ ਆਪਾਂ ਦੇਖ ਰਹੇ ਹਾਂ ਜਿਨ੍ਹਾਂ ਨੂੰ ਵੀ 5 ਤੋਂ 10% ਉਹਨਾਂ ਦੀ ਇਨਵੋਲਵਮੈਂਟ ਹੁੰਦੀ ਹੈ. ਦੇ ਆਰ ਰਸ਼ਿੰਗ ਟੁਵਰਡ ਹਸਪੀਟਲਸ ਫॉर ਬੁਕਿੰਗ ਏ ਬੈੱਡ ਔਰ ਔਨ ਏ ਬੈੱਡ. ਠੀਕ ਹੈ, 10 ਤੋਂ 15% ਵਾਲਾ ਪੇਸ਼ੈਂਟ 20% ਵਾਲਾ ਘਰ ਵੀ ਰਿਕਵਰ ਕਰ ਸਕਦਾ. ਜਿਹੜਾ ਸਿਟੀ ਸਕੋਰ ਜ਼ਿਆਦਾ ਨਹੀਂ ਹੈਗਾ ਉਹ ਘਰ ਵੀ ਰਿਕਵਰ ਕਰ ਸਕਦਾ. ਮੀਡੀਆ ਨੂੰ ਚਾਹੀਦਾ ਸੀ ਕਿ ਇਹ ਚੀਜ਼ਾਂ ਨੂੰ ਸਰਕੂਲੇਟ ਕਰਦੇ ਰਾਦਰ ਦੈਨ ਕਿ ਦੇ ਆਰ ਥ੍ਰੈਟਿੰਗ ਪੀਪਲ ਬੇਸਿਕਲੀ. ਸੋ ਦਿਸ ਥ੍ਰੈਟ ਇਜ਼ ਗੋਇੰਗ ਟੁਵਰਡ ਪੈਨਿਕ. ठीक है, अब गल करते हैं आप कोरोना की. तो कोविड की है, ठीक है महामारी है, लेकिन उन महामारी ਨੂੰ ਇੰਨਾ ਭਿਆਨਕ ਰੂਪ ਨਾ ਦਿਖਾ ਦਿਓ ਕਿ ਜਨਤਾ ਘਰੇ ਬੈਠੀ ਡਰੀ ਜਾਵੇ. ठीक है, कोविड पेशेंट्स है ਉਹਨਾਂ ਨੂੰ ਕੀ ਚਾਹੀਦਾ ਹੈ? ਅੱਛੀ ਹੈਲਥ, ਖੁੱਲੀ ਹਵਾ, ਐਕਸਰਸਾਈਜ਼, ਆਊਟਡੋਰ ਐਕਸਰਸਾਈਜ਼ ਹਰ ਪੇਸ਼ੈਂਟ ਨੂੰ ਜਾਂ ਹਰ ਜੋ ਵੀ ਲੇਮੈਨ ਹੈ ਉਹਨੂੰ ਕਰਨੀ ਚਾਹੀਦੀ ਹੈ. ਜਦੋਂ ਉਹਦੇ ਫੇਫੜੇ ਮਜ਼ਬੂਤ ਰਹਿਣਗੇ ਤਾਂ ਕੋਵਿਡ ਦਾ ਕੋਈ ਐਡਾ ਜ਼ਿਆਦਾ ਇਫੈਕਟ ਨਹੀਂ ਆਏਗਾ. ਤੇ ਇਹਨੂੰ ਜ਼ਿਆਦਾ ਐਕਸਪਲੇਨ ਕਰਨ ਦੀ ਮੈਨੂੰ ਲੱਗਦਾ ਮੈਨੂੰ ਜ਼ਰੂਰਤ ਨਹੀਂ ਹੈ, ਟਾਈਮ ਦੀ ਸ਼ਾਰਟੇਜ ਹੈ. ਡਾਕਟਰ ਸਾਹਿਬਾਨ ਸਾਡੇ ਡਾਕਟਰ ਸਤਨਾਮ ਜੀ ਨੇ ਐਕਸਪਲੇਨ ਕਰਤਾ, ਡਾਕਟਰ ਸੁਮਿਤਰਾ ਜੀ ਨੇ ਐਕਸਪਲੇਨ ਕਰਤਾ ਹੈ ਨਾ. ਤੇ ਹੋਰ ਇਸ ਤੋਂ ਜ਼ਿਆਦਾ ਕਹਿਣ ਨੂੰ ਕੁਝ ਨਹੀਂ ਹੈ. ਬਸ ਇਹ ਕਿ ਵਧੀਆ ਖਾਓ. ਪੇਸ਼ੈਂਟ ਨੂੰ ਇਹੀ ਸਰਕੂਲੇਟ ਕਰਨਾ ਹੈ ਕਿ ਅੱਛੀ ਡਾਈਟ ਲਓ, ਅੱਛੀ ਐਕਸਰਸਾਈਜ਼ ਕਰੋ, ਪੋਜ਼ਿਟਿਵ ਥਿੰਕਿੰਗ ਰੱਖੋ. ਅਗਰ ਪੋਜ਼ਿਟਿਵ ਕੋਵਿਡ ਪੋਜ਼ਿਟਿਵ ਆ ਵੀ ਗਏ ਤੇ ਕੋਈ ਇਸ਼ੂ ਨਹੀਂ ਹੈ. ਕਿ ਬਿਮਾਰੀ ਹੈ, ਬਿਮਾਰੀ ਨਾਲ ਲੜਨ ਦੀ ਸ਼ਕਤੀ ਵੀ ਭਗਵਾਨ ਨੇ ਸਾਡੇ ਸਰੀਰ ਨੂੰ ਦਿੱਤੀ ਹੈ. ਤੇ ਬਿਲਕੁਲ ਨਿਹੱਥੇ ਨਹੀਂ ਹੈਗੇ ਆਪਾਂ. ਠੀਕ ਹੈ, ਹਾਂ. ਤੋਂ ਹੋਰ ਕੁਝ ਜ਼ਿਆਦਾ ਨਾ ਕਹਿੰਦਾ ਹੋਇਆ ਆਪਣੀ ਮੈਂ ਗੱਲ ਸਮਾਪਤ ਕਰਦਾ. ਠੀਕ ਹੈ, ਨਾਰਾ ਇੱਕੋ ਹੀ ਦੇਣਾ ਹੈਗਾ ਕਿ ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ. जी बिल्कुल. मिस्टर समीर, ठीक है. हाँ जी, मैं एक बात बोलना चाहता हूँ मिस्टर रंजीत ने ये जो बताया ना, पैनिक क्रिएट पैनिक एंड सेल द प्रोडक्ट, ये अभी प्रमाण हो चुका है. कोई एंटीवायरल, नो एंटीवायरल इज वर्किंग एंड आई हैव सीन इन माय सेटअप. So whoever is getting worsened, they get every kind of thing from Ravipiravir to Remdesivir to Tocilizumab, everything.
But what I stress is, I see is that if the CRS, cytokine release syndrome, that happens, and we can prevent that by that what he said, your good immunity, exercise, right food, and rest. These three things we need for general people, and most of the people can be managed at home, with nothing but only nutritious food and exercise, and even after the disease is there, we can just add vitamins. That is how I am managing online home isolation. So and get some, I have fix out some minimum investigation thing from home. One is CDC, another is CRP, another is D-dimer. If these three things can be managed, this thing can be, monitored. Means Dr. Ashish, hello, Dr. Ashish. Prapur Singh ji. ਹਾਂਜੀ ਸਰ। ਦਿਓ ਤੁਸੀਂ ਵੀ ਕਮੈਂਟ ਆਪਦਾ। ਹਾਂਜੀ, ਮੈਂ ਤਾਂ ਮਿਸਫਿਟ ਹਾਂ ਜੀ ਮੈਡੀਕਲ ਕਮਿਊਨਿਟੀ ਦੇ ਵਿੱਚ। ਮੈਂ ਤਾਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਹੀ ਦੱਸ ਸਕਦਾ ਕਿ ਕੋਵਿਡ ਦਾ ਤਾਂ ਦੇਖੋ ਮੇਰਾ ਕੋਈ ਐਕਸਪੀਰੀਅੰਸ ਨਹੀਂ ਰਿਹਾ, ਉੱਦਾਂ ਮੇਰੀ ਕੋਈ ਖਾਸ ਵਧੀਆ ਇਮਿਊਨਿਟੀ ਨਹੀਂ ਹੈ, ਪਰ ਮੈਨੂੰ ਕਾਫੀ ਡਸਟ, ਫੌਗ, ਕਈ ਚੀਜ਼ਾਂ ਤੋਂ ਐਲਰਜੀ ਹੈ। ਪਰ ਮੇਰਾ ਜਦੋਂ ਤੱਕ ਦਾ ਇੱਥੇ ਅੰਦੋਲਨ ਦੇ ਵਿੱਚ ਤਜਰਬਾ, ਇੱਥੋਂ ਇੰਨੀ ਡਸਟ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਐਕਸਪੀਰੀਅੰਸ ਕੀਤੀ। ਔਰ ਮੈਨੂੰ ਸਾਲ 'ਚ 1-2 ਵਾਰ ਇੰਨੀ ਕੁ ਐਲਰਜੀ ਹੋ ਜਾਂਦੀ ਹੈ ਕਿ ਗਲੇ 'ਚੋਂ ਬਲੱਡ ਕਲੌਟਸ ਵੀ ਆ ਜਾਂਦੇ ਨੇ, ਪਰ ਇੱਥੇ ਕਦੀ ਇਹੋ ਜਿਹਾ ਮਹਿਸੂਸ ਨਹੀਂ ਹੋਇਆ। ਇੱਥੋਂ ਜਦੋਂ ਵਾਪਸ ਜਾਈਦਾ, KMP ਸਾਡੀ ਬਾਉਂਡਰੀ ਇੱਕ ਹਿਸਾਬ ਦੀ, ਜਦੋਂ ਉੱਥੋਂ ਵਾਪਸ ਬਾਹਰ ਨੂੰ ਨਿਕਲ ਜੀਦਾ ਪਾਣੀਪਤ ਵੱਲ ਨੂੰ, ਤਾਂ ਲੱਤਾਂ ਵੀ ਦੁਖਣ ਲੱਗ ਜਾਂਦੀਆਂ ਨੇ, ਗਲਾ ਵੀ ਖਰਾਬ ਹੋਣ ਲੱਗ ਜਾਂਦਾ। ਮਤਲਬ ਜਾਈਦਾ ਤਾਂ ਇੱਥੋਂ ਰੈਸਟ ਦੇ ਮੋਡ 'ਚ ਹੈ ਵੀ ਘਰੇ ਜਾਣਾ 1-2 ਦਿਨ। ਘਰਦਿਆਂ ਦੀ ਜਾ ਕੇ ਰੋਟੀ ਨਹੀਂ ਹਜਮ ਹੁੰਦੀ, ਪਤਾ ਨਹੀਂ ਕਿ ਇੱਥੇ ਮੱਖੀਆਂ ਦਾ ਸਵਾਦ ਪੈ ਗਿਆ ਸਾਨੂੰ ਜਾਂ ਕੀ ਹੈ। ਤਾਂ ਜਦੋਂ ਉੱਥੋਂ ਇੱਧਰ ਨੂੰ ਵਾਪਸ ਆਈਦਾ, ਹਜੇ ਉਹ 2 ਦਿਨ ਲੰਘਦੇ ਨੇ, ਰੈਸਟ ਰੂਸਟ ਤਾਂ ਕੀ ਹੋਇਆ ਹੁੰਦਾ। ਜਦੋਂ ਉੱਥੋਂ ਇੱਧਰ ਨੂੰ ਆਈਦਾ, ਲੱਤਾਂ ਵੀ ਦੁਖਣੋਂ ਹਟ ਜਾਂਦੀਆਂ ਨੇ, ਗਲਾ ਵੀ ਠੀਕ ਹੋ ਜਾਂਦਾ, ਸਾਰਾ ਕੁਝ ਸੈੱਟ ਹੋਇਆ ਹੁੰਦਾ। ਤਾਂ ਮੇਰੇ ਹਿਸਾਬ ਨਾਲ ਉਹਦੇ ਵਿੱਚ ਬੋਡੀ ਦਾ ਤਾਂ ਕੋਈ ਰੋਲ ਨਾ ਹੋਇਆ, ਬੋਡੀ ਤਾਂ ਸੇਮ ਹੀ ਹੈ ਇੱਥੋਂ ਜਾਂਦਿਆਂ ਵੀ ਉੱਥੇ ਪਹੁੰਚਦਿਆਂ ਵੀ। ਤਾਂ ਬਾਕੀ ਰਹਿ ਗਈ ਮਾਇੰਡ। ਤਾਂ ਮਾਇੰਡ ਇੰਨੀ ਪਾਵਰਫੁਲ ਡਿਵਾਈਸ ਆ ਕਿ ਉਹ ਆਪਾਂ ਨੂੰ ਢੇਰੀ ਵੀ ਕਰ ਸਕਦੀ ਹੈ ਔਰ ਮਰਦੇ ਨੂੰ ਉਠਾਲ ਵੀ ਸਕਦੀ ਹੈ। ਤਾਂ ਮੇਰੇ ਖਿਆਲ 'ਚ ਆਪਣੇ ਮਾਇੰਡ ਨੂੰ ਸਮਝਣ ਲੋਕ, ਨਾ ਕਿ ਮੀਡੀਆ ਨੂੰ। ਜੋ ਇੰਨੀਆਂ ਮੌਤਾਂ ਹੋ ਰਹੀਆਂ, ਹਾਹਾਕਾਰ ਮਚਿਆ, ਇਹਦੇ ਵਿੱਚ ਕਰੋਨਾ ਦੀ ਔਕਾਤ ਘੱਟ ਹੈ ਮੇਰੇ ਹਿਸਾਬ ਨਾਲ, ਸਾਡੀ ਸਰਕਾਰ ਦਾ ਰੋਲ ਜ਼ਿਆਦਾ ਉਹਦੇ ਵਿੱਚ। ਉਹ ਚਾਹੇ ਕੋਈ ਵੀ ਸਟੇਟ ਗਵਰਨਮੈਂਟ ਹੈ, ਚਾਹੇ ਕੋਈ, ਮਤਲਬ ਆ ਮੈਂ ਡਾਕਟਰ ਸਾਹਿਬ ਉਹਨਾਂ ਦੇ ਦੇਖ ਰਿਹਾ, ਇਹਨਾਂ ਦੇ ਜੋ ਇਹ ਬੋਲੇ ਨੇ, ਇਹਨਾਂ ਦੇ ਅੰਦਰੋਂ ਜੋ ਇਹਨਾਂ ਦੇ ਪਿੱਛੇ ਸੀਨ ਚੱਲ ਰਿਹਾ, ਮੈਂ ਉਹ ਇਮੈਜਿਨ ਵੀ ਨਹੀਂ ਕਰ ਸਕਦਾ ਕਿਹੜੇ ਮਾਹੌਲਾਂ ਦੇ ਵਿੱਚੋਂ ਆਏ ਨੇ। ਡਾਕਟਰ ਸਾਹਿਬ ਸਤਨਾਮ ਤਾਂ ਹਜੇ ਵੀ ਹਸਪੀਟਲ 'ਚ ਨੇ, ਡਾਕਟਰ ਰਣਜੀਤ ਆਪਣੇ ਸੂਟ ਦੇ ਵਿੱਚ ਨੇ। ਤਾਂ ਇਹਨਾਂ ਨੂੰ ਪਰੇਸ਼ਾਨ ਕੀਤਾ ਸਾਡੀਆਂ ਸਰਕਾਰਾਂ ਨੇ। ਪਹਿਲਾਂ ਹੀ ਸਾਡੇ ਕੋਲ ਡਾਕਟਰ ਪੂਰੇ ਨਹੀਂ ਹੈਗੇ, ਹੁਣ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ। ਤਾਂ ਇਹ ਜੋ ਕੁਝ ਵੀ ਮਾਹੌਲ ਕ੍ਰੀਏਟ ਕੀਤਾ ਗਿਆ, ਸਰਕਾਰਾਂ ਦਾ ਕ੍ਰੀਏਟ ਕੀਤਾ ਗਿਆ। ਕਰੋਨਾ ਦੀ ਇੰਨੀ ਮਜਾਲ ਨਹੀਂ ਸੀ। ਔਰ ਮੈਨੂੰ ਤਾਂ ਕਿਤੋਂ ਤੱਕ ਇਹ ਵੀ ਲੱਗਦਾ ਕਿ ਗਵਰਨਮੈਂਟ ਸਾਡੀ ਕਰੋਨਾ ਖਤਮ ਨਹੀਂ ਹੋਣ ਦੇਣਾ ਚਾਹੁੰਦੀ, ਤਾਂ ਕਿ ਉਹ ਸਾਡੀ ਜ਼ਿੰਦਗੀਆਂ ਨੂੰ ਕੰਟਰੋਲ ਕਰ ਲੇ। ਕਰੋਨਾ ਇਜ਼ ਦਾ ਨਿਊ ਕੰਟਰੋਲ। ਤਾਂ ਇਸ ਕਰਕੇ ਲੋਕ ਆਪਣੇ ਮਾਈਂਡ ਨੂੰ ਥੋੜਾ ਸਮਝਣ ਤੇ ਉਹਦੇ ਤੇ ਕੰਮ ਕਰਨ। ਉਹ ਆਪਣੇ ਯਾਦ ਕਰਨ ਉਹ ਟਾਈਮ ਜਦੋਂ ਉਹ ਟੁੱਟੇ ਥੱਕੇ ਟੁੱਟੇ ਆਉਂਦੇ ਨੇ ਘਰੋਂ, ਕਿਹੜੀਆਂ ਚੀਜ਼ਾਂ ਉਹਨਾਂ ਨੂੰ ਰੀਚਾਰਜ ਕਰ ਦਿੰਦੀਆਂ ਸੀ। ਉਹੀ ਸਰੀਰ ਹੈ ਜਿਹੜਾ ਕੰਮ ਤੋਂ ਟੁੱਟਿਆ ਘਰ ਨੂੰ ਆਉਂਦਾ ਹੈ, ਤੇ ਘਰ ਆ ਕੇ ਕਿਵੇਂ ਚਾਰਜ ਹੋ ਜਾਂਦਾ ਉਹ, ਹਨਾ ਜੀ। ਉਹ ਹਾਲਾਤ ਨੂੰ ਆਪਣੀ ਨੂੰ ਦੇਖਣ, ਯਾਦ ਕਰਨ, ਉਹ ਉੱਥੋਂ ਉਹਨਾਂ ਨੂੰ ਕਨੈਕਸ਼ਨ ਹੋਏਗਾ ਉਹਨਾਂ ਦੇ ਮਾਈਂਡ ਨਾਲ, ਕਿ ਮਾਈਂਡ ਦੀ ਕੀ ਪਾਵਰ ਹੈ ਔਰ ਮਾਈਂਡ ਕੀ ਕਰ ਸਕਦਾ। ਔਰ ਆ ਬਹੁਤ ਵਧੀਆ ਗੱਲ ਹੈ ਜੀ। ਥੈਂਕ ਯੂ ਪ੍ਰਭੂ ਜੀ, ਬਹੁਤ ਤੁਸੀਂ ਵਧੀਆ ਸੁਜੈਸ਼ਨ ਦਿੱਤੀਆਂ। ਥੈਂਕ ਯੂ। ਤੇ ਮੈਂ ਬਾਕੀ ਡਾਕਟਰਸ ਨੂੰ ਵੀ ਦੱਸਣਾ ਚਾਹਾਂਗਾ ਕਿ ਭਰਪੂਰ ਜੀ ਨੇ ਪੂਰੇ ਆਪਣੇ ਬਾਰਡਰਾਂ ਤੇ, ਟਿਕਰੀ ਬਾਰਡਰ ਤੇ ਆਪਣਾ ਸਿੰਘੂ ਬਾਰਡਰ ਤੇ 1000 ਦੇ ਕਰੀਬ, 1000 ਪਲੱਸ ਜੋ ਟਾਇਲਟਸ ਦਾ ਅਰੇਂਜਮੈਂਟ ਕਰਕੇ ਲਗਾਈ ਹੈ। ਸੋ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਰਿਹਾ ਪੂਰੇ ਬਾਰਡਰਾਂ ਤੇ, ਸੋ ਜੋ ਕਿ ਮੇਨ ਨੀਡ ਸੀਗੀ ਇੱਥੇ, ਸ਼ੁਰੂ ਤੋਂ ਜੁੜੇ ਹੋਏ ਆ। ਸੋ ਮੈਂ ਮਿਸਟਰ ਸਮੀਰ ਸਿੰਘ ਨੂੰ ਕਹਾਂਗਾ ਵੀ ਆਪਾਂ 2 ਮਿੰਟ ਲਈ ਸਰ ਆਪਣੀ ਵੀ, ਕਿਉਂਕਿ ਤੁਸੀਂ ਦਿੱਲੀ ਚੋਂ ਇਸ ਟਾਈਮ ਔਰ ਤੁਸੀਂ ਕਾਫੀ ਹੱਦ ਤੱਕ ਬਹੁਤ ਕੁਝ ਦੇਖ ਰਹੇ ਹੋ ਉੱਥੇ।
ਬੜੀ ਮਾੜੀ ਹਾਲਤ ਹੈ ਜੀ ਦਿੱਲੀ 'ਚ। ਅਸੀਂ ਪਿਛਲੇ ਕੁਝ ਦਿਨਾਂ ਤੋਂ ਲੱਗੇ ਹੋਏ ਹਾਂ ਕਿ ਵੀ ਕਿਸ ਤਰੀਕੇ ਇਸ ਸਿਚੁਏਸ਼ਨ ਨੂੰ ਟੈਕਲ ਕੀਤਾ ਜਾਏ, ਐਡਰੈਸ ਕੀਤਾ ਜਾਏ, ਬਟ ਦਿੱਲੀ 'ਚ ਹਸਪੀਟਲਸ ਵਿੱਚ ਬੈਡਸ ਨਹੀਂ ਹੈਗੇ। ਆਕਸੀਜਨ ਵਾਸਤੇ ਲੋਕੀ ਇੱਧਰ ਉੱਧਰ ਭੱਜ ਰਹੇ ਨੇ, ਤੇ ਕੋਈ ਮੈਡੀਸਿਨਸ ਵਾਸਤੇ ਭੱਜ ਰਿਹਾ ਹੈ, ਕੋਈ ਪਲਾਜ਼ਮਾ ਵਾਸਤੇ ਭੱਜ ਰਿਹਾ ਹੈ, ਤੇ ਕੁਝ ਲੋਕਾਂ ਦੀ ਇਸ ਭੱਜ ਦੌੜ 'ਚ ਹੀ ਡੈਥ ਹੋ ਰਹੀ ਹੈ। ਵੈਰੀ ਵੈਰੀ ਅਨਫੋਰਚੂਨੇਟ। ਤੇ ਕੱਲ ਦੀ ਗੱਲ ਹੈ, ਇੱਕ ਪਰਸੋਂ ਰਾਤੀ ਤੋਂ ਇੱਕ ਲੇਡੀ ਨੂੰ ਟਰਾਈ ਕਰ ਰਹੇ ਸੀਗੇ ਹੈਲਪ ਕਰਨ ਦਾ, ਉਹਨਾਂ ਨੂੰ ਹਸਪੀਟਲ ਮਿਲ ਜਾਏ। ਤੇ ਇੱਥੇ ਪਾਲਮ ਵਿਹਾਰ ਹੈਗਾ ਗੁੜਗਾਉਂ ਵਿੱਚ, ਤੇ ਆਕਸੀਜਨ ਲੋ ਸੀਗੀ ਉਹਨਾਂ ਦੀ। ਨੀਅਰੈਸਟ ਹਸਪੀਟਲ ਜਿਹੜਾ ਉਹਨਾਂ ਨੂੰ ਪਤਾ ਕੀਤਾ ਸਾਰਾ, ਤੇ ਅੰਬਾਲਾ ਜਾ ਕੇ ਨੀਅਰੈਸਟ ਹਸਪੀਟਲ ਮਿਲਦਾ ਸੀ। ਸੇਮ ਡੇ ਅਨਦਰ ਫਰੈਂਡ ਆਫ ਮਾਈਨ ਫਰੋਮ ਨੋਇਡਾ, ਉਹਨੂੰ ਹਸਪੀਟਲ ਜਾ ਕੇ ਮਿਲਿਆ 100 ਕਿਲੋਮੀਟਰ ਦੂਰ ਪਲਵਲ ਵਿੱਚ। ਉਹ ਵੀ ਇਸ ਕਰਕੇ ਮਿਲ ਗਿਆ ਕਿਉਂਕਿ ਹੀ ਨਿਊ ਸਮਬਡੀ, ਹਿਜ਼ ਓਨ ਕਜ਼ਨ ਵਾਜ਼ ਅ ਡਾਕਟਰ ਦੇਅਰ, ਤੇ ਨਹੀਂ ਤੇ ਉਹ ਨਹੀਂ ਸੀ ਮਿਲਣਾ ਉਹਨਾਂ ਨੂੰ। ਕੈਲਾਸ਼ ਹਸਪੀਟਲ ਨੋਇਡਾ ਪਹਿਲੇ ਕਿਸੇ ਨੇ ਕਮਿਟ ਕਰਤਾ, ਉੱਥੇ ਗਏ ਤੇ ਐਡਮਿਟ ਨਹੀਂ ਕੀਤਾ। 2-3 ਘੰਟੇ ਉੱਥੇ ਖਰਾਬ ਹੋਏ। ਦੈਨ ਦੇ ਵੈਂਟ ਟੂ ਪਲਵਲ। ਜਿਹੜੀ ਲੇਡੀ ਜਿਨ੍ਹਾਂ ਦੀ ਮੈਂ ਪਰਸੋਂ ਰਾਤੀ ਦੀ ਗੱਲ ਕਰ ਰਿਹਾ, ਯੈਸਟਰਡੇ ਦੇ ਗੋਟ ਐਨ ਐਂਬੂਲੈਂਸ ਐਂਡ ਸਿਵਲ ਹਸਪੀਟਲ ਗੁੜਗਾਉਂ ਲੈ ਕੇ ਜਾ ਰਹੇ ਸੀ। ਸਿਵਲ ਹਸਪੀਟਲ ਵਾਲਿਆਂ ਨੇ ਲਿਆ, ਫਿਰ ਸਟੀਫਨ ਹਸਪੀਟਲ ਗਏ, ਫਿਰ ਇੱਕ ਅੱਧੇ ਹੋਰ ਹਸਪੀਟਲ ਗਏ। ਹਸਪੀਟਲ ਟੂ ਹਸਪੀਟਲ ਦੇ ਕੈਪਟ ਗੋਇੰਗ, ਐਂਡ ਇਵੈਂਚੁਅਲੀ ਐਂਬੂਲੈਂਸ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ। ਤੇ ਜਿਹੜੀ ਇੱਥੇ ਹਾਲਤ ਹੈ ਬਹੁਤ ਹੀ ਜ਼ਿਆਦਾ ਮਾੜੀ ਹੈ। ਐਂਡ ਮਤਲਬ ਉਹੀ ਲੱਗਦਾ ਕਿ ਇਹਨਾਂ ਕੋਲ ਇੰਨਾ ਟਾਈਮ ਸੀਗਾ, ਬਟ ਦੇ ਡਿਡਨਟ ਪ੍ਰੀਪੇਅਰ। ਐਂਡ ਦੂਜੀ ਸਾਈਡ ਮੇਰੀ ਅਵਤਾਰ ਵੀਰ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਬਈ ਜਿਹੜਾ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ, ਉੱਥੇ ਕਿੱਦਾਂ ਏਦਾਂ ਦਾ ਕੋਈ ਮਾਹੌਲ ਨਹੀਂ ਹੈ। ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮਿਲਦੇ ਰਹੇ ਨੇ। ਮੈਂ ਖੁਦ ਉੱਥੇ ਰਿਹਾ, ਮੈਂ ਉੱਥੇ ਕੋਈ ਕਰੋਨਾ ਦਾ ਕੋਈ ਕੇਸ ਨਹੀਂ ਵੇਖਿਆ। ਤੇ ਫਿਰ ਹੁਣੇ ਮੈਂ ਕਿਉਂਕਿ ਪਹਿਲੇ ਜੁਆਇਨ ਨਹੀਂ ਕਰ ਸਕਿਆ, ਤੇ ਹੁਣੇ ਸੁਣ ਰਹੇ ਕਿ ਬਈ ਲੋਕੀ ਜਦ ਬਾਹਰ ਹੈਗੇ ਘੁੰਮ ਰਹੇ ਨੇ, ਉਹਨਾਂ ਨੂੰ ਹਵਾ ਮਿਲ ਰਹੀ ਹੈ। ਹੁਣੇ ਡਾਕਟਰ ਸਾਹਿਬ ਕਹਿ ਰਹੇ ਸੀਗੇ, ਤੇ maybe that's a factor. Avtar Veer has been saying ki positivity is a factor, mind da busy rehna is a factor, mind da ek purposeful direction vich lage rehna, that's a factor, mind da panic vich na aana, fear vich na aana, that is also a factor. I don't know, but whatever is happening, these two worlds which are just a few kilometers away seem to be worlds apart. ਕਿ ਬਾਰਡਰ ਦੇ ਉਧਰਲੇ ਪਾਸੇ ਜਿੱਥੇ ਕਿਸਾਨ ਬੈਠੇ ਨੇ, ਉੱਥੇ ਇਦਾਂ ਦਾ ਕੁਝ ਹੈ ਨਹੀਂ, ਤੇ ਇੱਥੇ ਜਿਹੜੀ ਡੈਥਸ ਹੋ ਰਹੀਆਂ ਨੇ, ਇਟਸ ਜਸਟ ਮਾਈਂਡ ਬਲੋਇੰਗ। ਮਤਲਬ ਅੱਜ ਤੇ ਆਲਮੋਸਟ ਪੂਰਾ ਦਿਨ ਕੁਝ ਕੰਮ ਹੀ ਨਹੀਂ ਹੋਇਆ, ਕਿਉਂਕਿ ਇਟ ਵਾਸ ਸੋ ਡਿਪਰੈਸਿੰਗ ਕਿ ਹਰ ਪਾਸੇ ਯੂ ਕਾਂਟ ਹੈਲਪ ਪੀਪਲ। ਮਤਲਬ ਤੁਸੀਂ ਚਾਹੁੰਦੇ ਵੀ ਹੋ, ਪਿਛਲੇ ਕੁਝ ਦਿਨਾਂ ਤੋਂ ਲੋਕੀ ਹੈਵ ਬੀਨ ਹੈਲਪਿੰਗ ਪੀਪਲ, ਕਾਲ ਕਰਕੇ, ਗੱਲਾਂ ਕਰਕੇ, ਹਸਪੀਟਲ ਕਾਲ ਕਰਕੇ, ਆਕਸੀਜਨ ਸਿਲੰਡਰ ਵਾਲਿਆਂ ਨੂੰ ਕਾਲ ਕਰਕੇ। everything is now becoming more and more scarce. ਤੇ ਹੁਣੇ ਵੀ ਮੈਂ I was just trying to help somebody, ਤੇ that person was asking, the same person ਜਿਹਨਾਂ who lost a relative in the ambulance yesterday, now he reached out, said कि another friend is in need of an ICU. So ਪਤਾ ਨਹੀਂ ਹੈ ਕੀ ਹੋ ਕੀ ਰਿਹਾ, just few kilometers away from each other. ਬਿਲਕੁਲ That's the experience. ਅਸੀਂ ਵੀ ਤਕਰੀਬਨ ਪਿਛਲੇ ਲਾਸਟ 30 ਨਵੰਬਰ ਤੋਂ ਲੱਗੇ ਹੋਏ ਆ, ਪੂਰੀ ਡਾਕਟਰਸ ਦੀ ਟੀਮ, ਨਰਸਿਸ, ਆਪਣੇ ਫਾਰਮੇਸੀ ਸਟਾਫ। ਸੋ ਐਕਸਪੋਜ਼ਰ ਸਭ ਤੋਂ ਵੱਧ ਹੈ, ਲੱਖਾਂ ਦੀ ਤਾਦਾਦ ਚ ਲੋਕ ਆਏ, ਲੱਖਾਂ ਦੀ ਤਾਦਾਦ ਚ ਗਏ। ਸੋ ਸਾਡਾ ਹਲੇ ਤੱਕ ਕੋਈ, ਸਾਡੀ ਹੈਲਥ ਉਦਾਂ ਵਧੀਆ ਹੈ, ਸਾਡੇ ਸਟਾਫ ਵਧੀਆ ਨੇ, ਕਿਸੇ ਨੂੰ ਕੋਈ ਏਦਾਂ ਦੀ ਦਿੱਕਤ ਨਹੀਂ ਆਈ ਇੱਥੇ। ਸੋ ਇਹ ਵੀ ਇੱਕ ਵੱਡਾ ਹੈਗਾ। ਤੇ ਮੈਂ ਅਮਰਜੀਤ ਅੰਕਲ, ਅਮਰਜੀਤ ਸਿੰਘ ਚਲਾਂਗ ਜੀ ਨੂੰ ਵੀ ਕਹਾਂਗਾ, ਅਗਰ ਸੁਣ ਰਹੇ ਆ ਆਵਾਜ਼। ਮੇਰਾ ਇੱਕ ਕੁਐਸਚਨ ਸੀਗਾ, ਇਫ ਯੂ ਡੋਨਟ ਮਾਈਂਡ। ਜੀ ਹਾਂਜੀ ਹਾਂਜੀ। ਰੈਮਡੈਸਿਵਿਰ ਜਿਹੜੀ ਇਹ ਮੈਡੀਸਨ ਹੈਗੀ, ਇਹਦੀ ਬੜੀ ਕਨਫਲਿਕਟਿੰਗ ਜੀ ਸਾਡੇ ਕੋਲ ਰਿਪੋਰਟਸ ਹੈਗੀਆਂ। ਇੱਕ ਪਾਸੇ ਪੀਪਲ ਆਰ ਰਨਿੰਗ ਆਫਟਰ them, they are being prescribed, on the other side
WHO ने इस मेडिसिन ਨੂੰ ਕਿਹਾ ਹੈ ਕਿ ਇਟਸ ਨਾਟ ਐਪਲੀਕੇਬਲ ਫॉर ਕੋਰੋਨਾ। ਕੁਝ ਹੋਰ ਵੀ ਨਿਊਜ਼ ਹੈਗੀ ਕਿ ਬਈ ਇਟ ਇਜ਼ ਅ ਮੈਡੀਸਿਨ ਵਿਚ failed earlier during Ebola and SARS and ਹੁਣ ਇਹਨੂੰ ਦਿੱਤਾ ਜਾ ਰਿਹਾ ਹੈ। So can anybody elaborate कि actually remdesivir एक valid medicine है भी या नहीं है, use करनी चाहिए या नहीं करनी चाहिए, because there's a lot of confusion around it. जी डॉक्टर सर अमरप्रीत सिंह जी। तो टू बी ऑनेस्ट रेमडेसिविर का जब इसका फेज 1 था कोरोना का तब भी काफी इफेक्टिव रही, बिकॉज मैंने जोधपुर में आई हैव ट्रीटेड अराउंड अबाउट 1800 कोविड पेशेंट्स। दिस इज अ ह्यूज नंबर, ठीक है, तब ये इफेक्टिव रही है, पर तब हमारे पास कोई इसका स्पेसिफिक डाटा नहीं था। लेकिन अभी जो म्यूटेटेड हुआ है वायरस, इसके अंदर ये अभी तक एक्चुअली लोग उस ट्रेंड को फॉलो कर रहे हैं, लेकिन इट हैज नॉट बीन फाउंड टू बी वेरी इफेक्टिव नाउ। इसका बहुत सारे साइड इफेक्ट्स भी हैं सर रेमडेसिविर के, बोन मैरो सप्रेशन, सब क्लिनिकल पैनक्रेटाइटिस। इवन नाउ द पेपर हैव बीन पब्लिश्ड, आई थिंक NEJM में आ जाएगा थोड़े दिन में, कि रेमडेसिविर एंड कोविड हैज known to cause prion disease in brain. Early Alzheimer's भी रिपोर्टेड हो गई है। Forgetfulness is one of the common symptoms कोविड ठीक होने के बाद भी, यदि आप देखोगे तो काफी लोगों को उससे कंप्लेंट है। बेसिकली सर जब वायरस म्यूटेट हो जाता है ना, तो वो एक अपना ट्रैक छोड़ देता है। जैसे रेमडेसिविर का एक ट्रैक है काम करने का, नाउ इट इज नॉट इफेक्टिव बिकॉज वो वायरस जो है वो म्यूटेट हो गया है। नाउ बॉडी की इम्यूनिटी हैज टू वर्क, और बॉडी की इम्यूनिटी आपकी तभी वर्क कर सकती है व्हेन यू गिव अ गुड इम्यून बूस्टर। व्हाट इज अ इम्यून बूस्टर? इम्यून बूस्टर आपकी अपनी फिजिकल हेल्थ है, आपका अपना मेंटल स्टेट है, एडिक्वेट न्यूट्रिशन, एरोबिक्स, एक्सरसाइज एंड गुड फूड। दिस इज द ओनली बेसिक टू इम्प्रूव योर इम्यूनिटी। आप देखोगे सर एक तरफ, जैसे अभी आपने एक ऑब्जर्व किया कि सिंगू बॉर्डर पर लाखों की तादाद में लोग आए चले गए, हजारों की तादाद में आप भी वहां आए, और वहीं से 50 किलोमीटर दूर दिल्ली में जहां इतनी क्राउडेड सिटी है, वहां इतनी डेथ्स हो रही हैं या मिसमैनेजमेंट हो रहे हैं। बेसिकली आई विल से डेथ्स तो उसका आउटपुट है मिसमैनेजमेंट का। तो ये क्यों हो रहा है? क्योंकि एक्चुअली जो आपकी बॉडी जितना वायरल लोड ले सकती थी उससे ज्यादा हो रहा है। आप क्राउडेड प्लेसेस में मत रहिए, खुले एनवायरनमेंट में रहिए, अच्छा फल फ्रूट खाइए, एक्सरसाइज करिए, ब्रीदिंग एक्सरसाइज करिए, आप बहुत सारी चीजों से दूर निकल जाएंगे। आप जितनी भी केस रिपोर्ट्स भी आ रही हैं, न्यूज में भी आ रहा है, आप देखेंगे वो उन सिटीज की है जो कि बहुत ज्यादा डेंसली पॉपुलेटेड है, उन सिटीज की नहीं है जो मतलब स्पेयर्सली पॉपुलेटेड है, या जिवें अपने पिंड होंदे ने, खुला वातावरण होता है, खेत होंदे ने, आराम नाल मर्जी दा दुध पीएदा है ते गन्ने गुन्ने खाई दिया खेता थे, वो बढ़िया लाइफ स्टाइल है। एक्चुअली जितना क्राउडिंग होगी ना, आपको उतनी ज्यादा कम्युनिकेबल इन्फेक्शियस डिजीज होने के चांसेस ज्यादा है। जैसे ट्यूबरक्लोसिस है फॉर एग्जांपल, अपन उसको इससे कंपेयर कर लेते हैं। ट्यूबरक्लोसिस भी डेंसली पॉपुलेटेड सिटीज में, डेंसली पॉपुलेटेड हाउसहोल्ड्स में ज्यादा पाया जाता है। इसी तरीके से कोविड का भी यही हाल है। अब रही बात रेमडेसिविर का, तो आपको मैंने बता ही दिया। नाउ व्हाट इज इफेक्टिव इज विटामिन सी। हाई डोज ऑफ विटामिन सी एनहांसेस द इम्यूनिटी। एक दिसंबर में एक पेपर पब्लिश हुआ था जिसमें 1.5 ग्राम विटामिन सी वाज यूज्ड 8 आवरली, एंड इसका कोविड का बिल्कुल यू टर्न हो गया था। ठीक है, पहली चीज। दूसरी चीज है कि आप जिंक, मतलब 60 to 180 मिलीग्राम एवरीडे जिंक इज आल्सो इफेक्टिव। थर्ड इज स्टेरॉइड इफ देयर इज ऑनगोइंग इन्फ्लेमेशन। वो बहुत पहले भी एक बार स्टडी आई थी कि स्टेरॉइड्स हेल्प्स, तो वो है। बाकी तो एंड टू प्रिवेंट द सेकेंडरी इन्फेक्शन कोई भी आप एंटीबायोटिक यूज कर सकते हो एज पर योर एंटी माइक्रोबियल बायोडाटा अवेलेबल विद यू। दैट इज कि आपको सिटी का या उसके आईसीयू का या उसके हॉस्पिटल का इंटरनल एंटीबायोग्राम क्या है वो आपको पता होना चाहिए, क्योंकि none of the antivirals is effective, to be honest. We just have to be very supportive in this. ठीक है सर। टॉक्लिज़ुमैब के अपने साइड इफेक्ट्स हैं। यदि वो फर्स्ट 12 आवर्स के अंदर यूज की जाती है तो IL-6 वगैरह का थोड़ा डिक्रीमेंट होता है, लेकिन बहुत सारे लोगों में टॉक्लिज़ुमैब की वजह से इम्यूनो सप्रेशन और सेकेंडरी इन्फेक्शन से डेथ्स भी हुई हैं। We cannot forget this. मैंने तो सर पेशेंट को HCQ से भी ठीक होते हुए देखा है, टैमीफ्लू से भी ठीक होते हुए देखा है, और कुछ ना देके सिर्फ विटामिन सी जिंक देके भी ठीक होते हुए देखा। मेरा जो बेसिक वो है वो मैं स्टिल आपसे ये कहूंगा कि मैंने जो 1700-1800 पेशेंट ठीक किए, इसमें से मैंने 250-300 पेशेंट को शायद रेमडेसिविर लगाया होगा,
बाकी सारा कंजर्वेटिव, डॉक्सी, क्लेरी, जिंक, एस्कॉर्बिक एसिड, दैट इज विटामिन सी, डी एंड ए, बस। क्योंकि ए आपका एपिथेलाइजेशन, रीजनरेशन में हेल्प करेगा, विटामिन सी आपकी इम्यूनिटी बूस्ट करेगा, जिंक आपका इम्यून एनहेंसर की तरह काम करता है। बस इसके अलावा करना क्या है, जस्ट वेट, वॉच, गिव अ हेल्दी। और आपने सर जितनी भी डेथ देखी है ना, उनके अंदर आपने एक चीज नोटिस की होगी कि वो एक सेम हाउस होल्ड या सेम लोकेलिटी से आए हैं। दूसरा, उनके अंदर कोई ना कोई कोमॉर्बिडिटीज होगी, जैसे स्पेशली ओबीस पेशेंट्स के अंदर बहुत ज्यादा हो रहा है। ओल्ड एज, डायबिटिक, हाइपरटेंसिव, प्रीवियस हिस्ट्री ऑफ सीएडीज, सीकेडीज पेशेंट जिनके अंदर रीनल फेलियर वगैरह रहता है, इन लोगों में ज्यादा हो रहा है। तो प्रिकॉशंस लेने की जरूरत है, पैनिक होने की नहीं। आई होप आपको सर आपके क्वेश्चन का जवाब मिल गया होगा। इन टोटल रेमडेसिविर एंड ओवरऑल गाइडेड थेरेपी जो भी है, ठीक है। इवन एम्स ने भी अब तो रेमडेसिविर को हटा दिया है। कल डब्ल्यूएचओ ने भी सर रेमडेसिविर को अपने ड्रग लिस्ट से हटा दिया है। मैं इसके दोनों के मेरे पास पेपर्स अवेलेबल है, आप चाहो तो मैं आपको शेयर कर दूंगा। डब्ल्यूएचओ ने भी हटा दिया अब तो रेमडेसिविर को। थैंक यू जी, थैंक यू। वेलकम सर, वेलकम। हाँ जी अवतार सिंह जी, अनम्यूट करो। अवतार अनम्यूट कर लो, ਤੁਸੀਂ म्यूट ਤੇ ਹੈਗੇ ਹੋ। अवतार सिंह जी अनम्यूट करो। हाँ जी सॉरी मैं कल ही भूली जाना। सो मेरे कहने का मतलब ये है भी देखो जिवें दिनेश कुमार जी है, सो ऐदां दे चेहरे ਆਪਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ, ਜਿਹੜੇ ਆਪਣੇ ਸਮਾਜ ਨੂੰ ਆਪਣੀ ਲੋਕਾਂ ਨੂੰ ਮੋਟੀਵੇਟ ਕਰਨ ਵੀ ਯਾਰ ਮੈਂ ਦੇਖੋ ਮੈਂ ਕੋਵਿਡ ਚ ਹੈ, ਕੋਈ ਗੱਲ ਨਹੀਂ ਹੋ ਗਈ ਹੈ, ਪ੍ਰੋਬਲਮ ਹੈ, ਇਹ ਵੀ ਨਹੀਂ ਪਤਾ ਕਿਹਨੂੰ ਕਿਹਨੂੰ ਹੋ ਗਈ ਹੈ, ਕੀ ਪਤਾ ਮੈਨੂੰ ਵੀ ਹੋ ਗਈ ਹੋਏ, ਪਰ ਅਸੀਂ ਪਰਵਾਹ ਹੀ ਨਹੀਂ ਮਾਰਦੇ। ठीक है ना, हौसला ਵੱਡਾ ਹੋਣਾ ਚਾਹੀਦਾ ਹੈ। मैं 3 ਸਾਲ ਬੈੱਡ ਤੇ ਰਿਹਾ, ਮੈਂ ਰੂਮੇਟੋਲੋਜੀ, ਮੈਂ ਡਾਕਟਰ ਨੂੰ ਵੀ ਆਲਮੋਸਟ ਸਾਰੇ ਡਾਕਟਰ ਆਪਾਂ ਸਿੰਘੂ ਬਾਰਡਰ ਤੇ ਮਿਲੇ ਹੋਏ ਵੀ ਹੈ। ਸੋ 3 ਸਾਲ ਮੈਂ ਉਸ ਬਿਮਾਰੀ ਚ ਕੱਟੇ ਆ। ਦਿਨੇਸ਼ ਚੰਗੀ ਤਰ੍ਹਾਂ ਜਾਣਦਾ ਵੀ ਮੈਂ ਉਸ ਬਿਮਾਰੀ ਚ ਬਹੁਤ ਤੰਗ ਰਿਹਾ। 3 ਸਾਲ ਫਲੂਇਡ ਭਰਦਾ ਸੀ ਨੀਸ ਚ। ਸੋ ਰੂਮੇਟੋਲੋਜੀ ਚ ਬਹੁਤ ਘੁੰਮਿਆ ਮੈਂ। ਸੋ ਉਸ ਤੋਂ ਬਾਅਦ ਹੁਣ ਮੈਂ ਆਪਣਾ ਵਰਕਆਊਟ, ਡਾਈਟ ਇਹ ਸੋਚਿਆ ਵੀ ਯਾਰ ਬਿਮਾਰੀ ਨਾਲ ਵੀ ਤਾਂ ਮਰਨਾ ਹੀ ਹੈ, ਕਿਉਂ ਨਾ ਲੜੀਏ। ਸੋ ਹੁਣ ਫਾਈਟ ਕੀਤੀ ਹੈ ਤਾਂ 3 ਸਾਲ ਹੋ ਗਏ, ਆਪਾਂ ਪੈਰਾਸੀਟਾਮੋਲ ਵੀ ਨਹੀਂ ਖਾਧੀ ਕਦੇ। ਸੋ ਇਹ ਆਪਣੀ ਸੋਚ ਹੈ ਵੀ ਆਪਾਂ ਕਿਵੇਂ ਆਪਣੀ ਲਾਈਫ ਨੂੰ ਰੱਖਣਾ ਹੈ। ਸੋ ਏਦਾਂ ਦੇ ਚਿਹਰੇ ਆਪਾਂ ਅੱਗੇ ਲੈ ਕੇ ਆਉਂਦੇ ਆ ਤਾਂ ਇਹ ਇੱਕ ਵਧੀਆ ਮੈਸੇਜ ਲੋਕਾਂ ਲਈ। ਦਿਨੇਸ਼ ਜੀ ਤੁਸੀਂ, ਤੁਹਾਡੀ ਏਜ ਕਿੰਨੀ ਹੋ ਗਈ? 52 ਅਵਤਾਰ ਜੀ। ਤੇ ਅਵਤਾਰ ਜੀ ਮੈਨੂੰ 2 ਮਿੰਟ ਹੋਰ ਦਿਓ। ਹਾਂਜੀ ਹਾਂ ਹਾਂਜੀ ਸਰ ਜੀ। ਅਵਤਾਰ ਜੀ ਮੈਂ ਕਹਿਣਾ ਚਾਹਾਂਗਾ ਜਿੱਦਾਂ ਡਾਕਟਰ ਅਰੋੜਾ ਜੀ ਦੱਸ ਰਹੇ ਸੀ, ਮੈਂ ਸਿਰਫ ਆਪਣਾ ਪੈਰਾਸੀਟਾਮੋਲ, ਆਪਣਾ ਡੋਲੋ 650 ਨਾਲ ਮਤਲਬ ਕਿ ਆਪਣੀ ਸਾਰੀ ਰਿਕਵਰੀ ਕੀਤੀ ਹੈ। ਤੇ ਉਸਦੇ ਨਾਲ ਮੈਂ ਵਿਟਾਮਿਨ, ਮਲਟੀਵਿਟਾਮਿਨ ਥੋੜੇ ਬਹੁਤ ਉਹ ਲੈ ਕੇ ਮਤਲਬ ਕਿ ਰਿਕਵਰੀ ਕੀਤੀ। ਹੋਰ ਮੈਂ ਕੋਈ ਕਿਸੇ ਤਰ੍ਹਾਂ ਦੀ ਮੈਡੀਸਨ ਨਹੀਂ ਲਈ। ਘਰ ਰਹਿ ਕੇ ਮੈਂ ਮਤਲਬ ਕਿ ਮੇਰੀ ਕੋਈ 10 ਤਰੀਕ ਨੂੰ ਮੈਂ ਟੈਸਟ ਕੀਤਾ ਸੀ, 12 ਤਰੀਕ ਨੂੰ ਮੇਰੀ ਪੋਜ਼ਿਟਿਵ ਰਿਪੋਰਟ ਆਈ ਸੀ, 12 ਅਪ੍ਰੈਲ ਨੂੰ। ਤੇ ਮੈਂ ਸਿਰਫ ਡੋਲੋ ਨਾਲ ਮਤਲਬ ਰਿਕਵਰੀ ਕੀਤੀ ਹੈ, ਜਾਂ ਮਤਲਬ ਹੈਲਦੀ ਫੂਡ ਨਾਲ। ਤੇ ਮੈਂ ਇਹੀ ਕਹਿਣਾ ਚਾਹਾਂਗਾ ਮਤਲਬ ਜਿਸ ਦਿਨ ਵੀ ਮਤਲਬ ਕਿ ਲੱਗੇ ਮਤਲਬ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ, ਫੀਵਰ ਵਗੈਰਾ ਹੈ, ਤਾਂ ਉਸੇ ਦਿਨ ਤੋਂ ਆਪਣਾ ਹੈਲਦੀ ਫੂਡ, ਜੂਸ ਵਗੈਰਾ ਚਾਲੂ ਕਰ ਦੇਣਾ, ਤਾਂ ਕਿ ਮਤਲਬ ਕਿ ਦਵਾਈਆਂ ਦੀ ਗਰਮੀਆਂ, ਦਵਾਈ ਦੀ ਗਰਮੀ ਮਤਲਬ ਕਿ ਬੰਦੇ ਨੂੰ ਕੋਈ ਮਤਲਬ ਕਿ ਨੁਕਸਾਨ ਨਾ ਕਰੇ। ਤੇ ਮੈਨੂੰ ਜਿਹੜੀ ਇਹੀ ਪ੍ਰੋਬਲਮ ਸਾਹਮਣੇ ਮੈਨੂੰ ਫੇਸ ਕਰਨੀ ਪਈ ਸੀ, ਜਿਹੜੀ ਮੈਂ ਸਟਾਰਟਿੰਗ 'ਚ 2 ਦਿਨ ਮਤਲਬ ਮੈਨੂੰ ਉਹੀ ਮਹਿਸੂਸ ਹੋਈ ਗਰਮੀ। ਬਿਲਕੁਲ ਤੁਹਾਡੇ ਮੇਨ ਪੁਆਇੰਟ ਹੈ। ਮਾਹੌਲ ਬਣਾ ਕੇ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ। ਬਿਲਕੁਲ ਟੀਵੀ ਤੋਂ ਦੂਰ ਰਹੋ, ਪੈਨਿਕ ਨਾ ਹੋ, ਤੇ ਆਪਣੇ ਆਪ ਨੂੰ ਬਿਜ਼ੀ ਕਰ ਲਓ, ਆਪਣੇ ਅਕਾਊਂਟ ਚੈੱਕ ਕਰ ਲਓ, ਪੁਰਾਣੇ ਖਾਤੇ ਟੈਲੀ ਕਰ ਲਓ ਘਰੇ ਬਹਿ ਕੇ, ਠੀਕ ਹੈ। ਥੋੜਾ ਬਹੁਤ ਆਪਣੇ ਆਪ ਨੂੰ ਬਿਜ਼ੀ ਕਰ ਲਓ। ਜਿਹੜੇ ਤੁਹਾਨੂੰ ਅੱਛੇ ਸੀਰੀਅਲ ਲੱਗਦੇ ਨੇ ਉਹ ਦੇਖੋ, ਜਿੱਦਾਂ ਮੈਨੂੰ ਤਾਰਕ ਮਹਿਤਾ ਤੇ ਕਪਿਲ ਸ਼ਰਮਾ ਅੱਛਾ ਲੱਗਦਾ ਹੈ, ਉਸ 'ਚ ਮੈਂ ਬਦਲ ਕੇ ਵਧੀਆ ਆਪਣਾ ਖੁਸ਼ ਮਿਜਾਜ ਰਹਿੰਦਾ ਹੈ। ਤੇ ਇੱਕ ਸਾਡੇ ਅਮਰਜੀਤ ਸਿੰਘ ਚਲਾਂਗ ਜੀ ਜੁੜੇ ਸੀ, ਆਵਾਜ਼ ਤਾਂ ਆਈ ਨਹੀਂ ਦੁਬਾਰੇ। ਅੰਕਲ ਜੀ ਸੁਣ ਰਹੇ ਹੋ? ਹਾਂਜੀ ਜੀ ਚਲੋ ਆ ਖੇਤਾਂ 'ਚ ਐਕਚੁਅਲੀ ਵਾਢੀ ਕਰਾ ਰਹੇ ਹਨ। ਨਹੀਂ ਆਈ ਐਮ ਆਨਲਾਈਨ, ਆਈ ਐਮ ਪ੍ਰੈਜ਼ੈਂਟ ਨਾਓ। ਓਕੇ, ਡਿਡ ਯੂ ਲਿਸਨ ਮੀ? ਬਿਲਕੁਲ ਸਾਰੇ ਬੰਦੇ ਦੇ ਚਿਹਰੇ ਤੇ ਸਮਾਈਲ ਆ ਗਈ ਤੁਹਾਨੂੰ ਦੇਖ ਕੇ ਤਾਂ। ਖਿੜ ਗਏ ਫੁੱਲਾਂ ਨੂੰ, ਸਾਰੇ ਖਿੜ ਗਏ ਦੇਖੋ। ਥੈਂਕ ਯੂ।
ਬਾਈ ਜੀ ਸਤਿ ਸ਼੍ਰੀ ਅਕਾਲ। सत श्री अकाल जी, सत श्री अकाल डॉक्टर साहब, सत श्री ਕੀ अकाल ਹਾਲ ਚਾਲ? डॉक्टर रंजीत, डॉक्टर सतनाम जी, डॉक्टर अवतार ਤੇ ਡਾਕਟਰ ਆਪਣੇ ਤ੍ਰਿਪੁਰਾ ਵਾਲੇ ਸਾਰਿਆਂ ਨੂੰ ਗੁੱਡ ਈਵਨਿੰਗ, ਸ਼ਾਮ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਔਨ ਜ਼ੂਮ ਮੀਟਿੰਗ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਿੰਡ ਆਇਆ ਹੋਇਆ ਖੇਤਾਂ 'ਚ ਤੁਸੀਂ ਸਿੰਘੂ ਹੁਣ? ਮੋਰਚੇ ਤੋਂ। ਇਸ ਟਾਈਮ ਮੈਂ ਮੰਡੀ ਦੇ ਵਿੱਚ ਆ ਜੀ। ਅੱਛਾ ਜੇ ਜੀ। ਮੰਡੀ ਦੇਖਣਾ ਚਾਹੁੰਦੇ ਆ ਪਿੱਛੇ ਦੇਖੋ ਮੇਰੇ ਮੰਡੀ ਫਰੰਟ ਕੈਮਰਾ ਹੋ ਸਕਦਾ ਇਹਦੇ ਤੋਂ? ਨਹੀਂ, ਹੋ ਜਾਣਾ ਹੋ ਜਾਣਾ। ਇਹ ਆ ਲਓ ਜੀ, ਆ ਲਓ ਜੀ ਡਾਕਟਰ ਸਾਹਿਬ। ਇਸ ਟਾਈਮ ਲਿਫਟਿੰਗ ਚੱਲ ਰਹੀ ਆ ਕਣਕ ਦੀਆਂ ਬੋਰੀਆਂ ਦੀ। ਮੈਂ ਹੁਣੀ ਟਰੈਕਟਰ ਲਿਆ ਕੇ ਖੜਾ ਕੀਤਾ, ਮੈਨੂੰ ਐ ਸੀਗਾ ਵੀ ਰਸਤੇ ਦੇ ਵਿੱਚ ਨਾ ਕਿਤੇ ਆ ਜਾ। ਹੈ ਜੀ ਮੇਰਾ ਸਿਆਲਕੋਟੀ ਫਾਰਮ ਜੀ। ਹਾਂਜੀ, ਟਰਾਲੀ ਦੇ ਵਿੱਚ ਕਣਕ ਹੈ, ਇੱਧਰ ਪੱਖਾ ਚੱਲ ਰਿਹਾ, ਮੰਡੀ ਦੇ ਹਾਲਾਤ। ਸੋ ਆਪਣੀ ਜਿਹੜੀ ਡਿਸਕਸ਼ਨ ਚੱਲ ਰਹੀ ਸੀਗੀ ਇਹਦੀ ਕੋਵਿਡ ਤੇ, ਇਹ ਦੇਖੋ ਇੱਥੇ ਸਾਡੇ ਪ੍ਰਵਾਸੀ ਮਜ਼ਦੂਰ ਭਰਾ ਲੱਗੇ ਹੋਏ ਆ, ਮੂੰਹ ਸਿਰ ਬੰਨੇ ਹੋਏ ਆ ਇਹਨਾਂ ਨੇ। ਔਰ ਜਿਸ ਤਰ੍ਹਾਂ ਤੁਸੀਂ ਡਿਸਕਸ਼ਨ ਚੱਲ ਰਹੀ ਸੀ ਕਿ ਹੈਲਥ ਤਾਂ ਹੀ ਵਧੀਆ ਰਹੇਗੀ ਜੇ ਆਪਣਾ ਐਕਸਰਸਾਈਜ਼ ਪੂਰੀ ਹੈ। ਐਕਸਰਸਾਈਜ਼ ਦੇਖੋ, ਮੁੰਡੇ 50 ਬੋਰੇ 50 ਕਿਲੋ ਦਾ ਗੱਟਾ ਲਿਜਾ ਕੇ ਟਰੱਕ ਦੇ ਵਿੱਚ ਲੋਡ ਕਰ ਰਹੇ, ਪੂਰੀ ਐਕਸਰਸਾਈਜ਼ ਹੈ। ਔਰ ਨਾ ਹੀ ਸਿੰਘੂ ਬਾਰਡਰ ਤੇ ਕੋਈ ਕੋਵਿਡ ਦਾ ਮਰੀਜ਼ ਹੈ ਔਰ ਨਾ ਹੀ ਸਾਡੀ ਮੰਡੀਆਂ ਦੇ ਵਿੱਚ। ਠੀਕ ਹੈ ਜੀ। ਆ ਸਾਡੇ ਮਨੀਮ ਸਾਹਿਬ ਵੀ ਆ ਜਿਹੜੇ ਰਾਤ ਦਿਨ ਇੱਥੇ ਮਿਹਨਤ ਕਰਦੇ ਆ, ਸਾਰਾ ਲਿਖਾ ਪੜ੍ਹੀ ਦਾ ਕੰਮ ਕਰਦੇ। ਔਰ ਇਹੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ ਵੀ ਕਿੰਨੀ ਮੰਡੀ ਦੇ ਵਿੱਚ ਲੇਬਰ ਹੈ। ਇਹ ਸਾਡੀ ਭੋਗਪੁਰ ਮੰਡੀ ਹੈ ਜੀ। ਔਰ ਜੇ ਮੰਡੀ ਬੰਦ ਹੋ ਜਾਂਦੀ ਹੈ, ਜਿਸ ਤਰ੍ਹਾਂ ਪਿੱਛੇ ਇਸ ਗੰਦੀਆਂ ਸਰਕਾਰਾਂ ਨੇ, ਗੰਦੇ ਜਿਹੜੇ ਇਹਨਾਂ ਦੇ ਸਿਸਟਮ ਨੇ, ਬਾਰਦਾਨਾ ਨਹੀਂ ਦਿੱਤਾ, ਬਾਰਦਾਨਾ ਨਾ ਹੋਣ ਕਰਕੇ ਲਿਫਟਿੰਗ ਨਹੀਂ ਸੀ ਹੋ ਰਹੀ। ਕਣਕਾਂ ਮਤਲਬ ਮੰਡੀਆਂ ਦੇ ਵਿੱਚ ਰੋਲ ਰਹੀਆਂ ਤਾਂ ਕਿ ਕਿਸਾਨ ਮਜਬੂਰ ਹੋਵੇ ਕਣਕ ਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਵੇਚਣ ਵਾਸਤੇ। ਔਰ ਅਸੀਂ ਉਹੀ ਗੱਲ ਕਰਦੇ ਪਹਿਲਾਂ ਵੀ, ਜੇ ਪ੍ਰਾਈਵੇਟ ਸੈਕਟਰ ਨੇ ਕਿਸੇ ਨੇ ਆਉਣਾ, ਪ੍ਰਾਈਵੇਟ ਪਲੇਅਰ ਆਉਣਾ ਚਾਹੁੰਦਾ ਮੰਡੀ ਦੇ ਵਿੱਚ ਆਵੇ, ਮੰਡੀ ਦੇ ਵਿੱਚ ਆਵੇ, ਮੰਡੀ ਤੋਂ ਬਾਹਰ ਨਾ ਜਾਵੇ ਨਾ ਜੀ। ਸੋ ਚੱਲਦੀ ਸੀ ਗੱਲ, ਫੇਰ ਉਹੀ ਆ ਗਈ ਕੋਵਿਡ ਦੀ। ਕੋਵਿਡ ਜਿਸ ਤਰ੍ਹਾਂ ਕੱਲ ਗੱਲ ਚੱਲਦੀ ਸੀਗੀ ਇਹਦੇ ਆਪਣੇ ਟੈਣਾ ਸਾਹਿਬ ਦੀ, ਮੈਂ ਗੱਲ ਸੁਣਦਾ ਸੀ ਕਿ ਕੋਵਿਡ ਜਿਹੜਾ ਬੜਾ ਸਿਆਣਾ ਬੱਚਾ, ਬਹੁਤ ਸਿਆਣਾ ਬੱਚਾ ਹੈ ਕੋਵਿਡ, ਬਹੁਤ ਕਹਿਣਾ ਮੰਨਦਾ ਇਹਨਾਂ ਦਾ। ਜਿੰਨੇ ਵੀ ਪੋਲੀਟੀਕਲ ਬੰਦੇ ਆ ਉਹਨਾਂ ਦਾ ਕਹਿਣਾ ਬਹੁਤ ਮੰਨਦਾ ਹੈ ਉਹ। ਇਹ ਐਤਵਾਰ ਨੂੰ ਘਰ ਤੋਂ ਬਾਹਰ ਨਿਕਲਦਾ, ਦੂਸਰੇ ਕੰਮ ਵਾਲੇ ਦਿਨਾਂ ਦੇ ਵਿੱਚ ਬਾਹਰ ਨਿਕਲਦਾ ਨਹੀਂ, ਉਹ ਅੰਦਰ ਵੜ ਜਾਂਦਾ। ਸੋ ਇਹਨੂੰ ਪੜ੍ਹਨ ਦਾ ਬਹੁਤ ਸ਼ੌਂਕ ਆ, ਕੋਵਿਡ ਨੂੰ, ਕਰੋਨਾ ਨੂੰ ਪੜ੍ਹਨ ਦਾ ਬਹੁਤ ਸ਼ੌਕੀਨ ਆ। ਸੋ ਇਸ ਕਰਕੇ ਸਾਡੀਆਂ ਗੌਰਮੈਂਟਾਂ ਨੇ ਸਕੂਲ ਬੰਦ ਕਰ ਦਿੱਤੇ। ਔਰ ਇਹ ਬਿਲਕੁਲ ਵੈਜੀਟੇਰੀਅਨ, ਸ਼ਰਾਬ ਦੇ ਤਾਂ ਬਿਲਕੁਲ ਲੱਗ ਨਹੀਂ ਜਾਂਦਾ, ਠੇਕੇ ਦੇ ਅੱਗੇ ਦੀ ਨਹੀਂ ਲੰਘਦਾ। ਸੋ ਇਸ ਕਰਕੇ ਗੌਰਮੈਂਟਾਂ ਨੇ ਠੇਕੇ ਖੁੱਲੇ ਛੱਡੇ ਹੋਏ ਆ। ਸੋ ਇਹ ਇੱਕ ਆਮ ਲੋਕਾਂ ਨੂੰ ਪਾਗਲ ਬਣਾਉਣ ਵਾਸਤੇ, ਬੇਵਕੂਫ ਬਣਾਉਣ ਵਾਸਤੇ। ਠੀਕ, ਅਸੀਂ ਮੰਨਦੇ ਹਾਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਵੀ 2% ਹੈ, 100% ਦੇ ਵਿੱਚੋਂ 2% ਹੈ ਨਾ। ਲੇਕਿਨ ਜੇ ਤੁਸੀਂ ਆਪਣੀ ਪੂਰੀ ਐਕਸਰਸਾਈਜ਼ ਕਰਦੇ ਆ, ਆਪਣਾ ਪੂਰਾ ਮੇਨਟੇਨ ਰੱਖਦੇ ਆ, ਤੁਹਾਡਾ ਇਮਿਊਨ ਸਿਸਟਮ ਵਧੀਆ ਆ ਤੇ ਤੁਹਾਡੇ ਕੋਈ ਵੀ ਬਿਮਾਰੀ ਨਹੀਂ ਲੱਗੇ ਆਉਂਦੀ। ਤੋ ਸਿੰਘੂ ਬਾਰਡਰ ਤੇ ਡਾਕਟਰ ਸਤਨਾਮ ਨੇ ਵੀ ਦੇਖਿਆ, ਸਾਰੇ ਜਿੰਨੇ ਵੀ ਸਾਡੇ ਡਾਕਟਰ ਆਏ ਆ ਲਾਈਫ ਕੇਅਰ ਫਾਊਂਡੇਸ਼ਨ ਦੇ ਹਸਪੀਟਲ ਦੇ ਵਿੱਚ, ਕਿਸਾਨ ਮਜ਼ਦੂਰ ਏਕਤਾ ਹਸਪੀਟਲ ਦੇ ਵਿੱਚ, ਤਕਰੀਬਨ ਪਤਾ ਹੀ ਹੈ ਸਾਰੇ ਡਾਕਟਰਾਂ ਨੂੰ ਵੀ ਰੋਟੀ ਖਾਣ ਨੂੰ ਵੀ ਟਾਈਮ ਨਹੀਂ ਮਿਲਦਾ ਹੁੰਦਾ। ਬਿਜ਼ੀ ਲਾਈਫ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲਾਂ ਕਿਹਾ ਵੀ ਬਿਜ਼ੀ ਹੋਣ ਦੇ ਨਾਤੇ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਕਦੋਂ ਲੱਗ ਗਿਆ, ਉਹ ਰਾਤ ਹੀ ਦੇਖੀਦਾ ਯਾਰ 11 ਵਜੇ ਕੇ ਹੁਣ ਸੌਂ ਤਾਂ ਜਾਓ। ਸੋ ਮੈਂ ਤਾਂ ਇਹੀ ਚਾਹੁੰਦਾ ਵੀ ਇਹ ਜਿਹੜਾ ਸਰਕਾਰਾਂ ਨੇ ਬਣਾਇਆ ਹੋਇਆ ਇਹੋ ਪ੍ਰੋਪੋਗੰਡਾ, ਲੋਕਡਾਊਨ ਕਰ ਦਿੱਤਾ, ਲੋਕਡਾਊਨ ਕਰਕੇ ਲੋਕਾਂ ਨੂੰ ਘਰਾਂ 'ਚ ਬਿਠਾ ਦਿੱਤਾ। ਇਹ ਤਾਂ ਲੋਕ ਜਿਹੜੇ ਨਿਕੰਮੇ ਹੋ ਜਾਣਗੇ, ਘਰਾਂ ਦੇ ਵਿੱਚ ਬੈਠੇ ਕੰਮ ਕਾਰ ਕਿੱਥੋਂ ਕਰਨਗੇ ਔਰ ਆਪਣਾ ਰੋਟੀ ਪਾਣੀ ਦਾ ਜੁਗਾੜ ਕਿੱਥੋਂ ਬਣਾਉਣਗੇ।
ਸੋ ਕੰਮਕਾਰ ਕਰਨ ਦਿੱਤਾ ਜਾਵੇ, ਲੋਕਾਂ ਨੂੰ ਆਪਣਾ ਕੰਮਕਾਰ ਕਰਨ। ਔਰ ਬਿਮਾਰੀ ਹੈ ਉਹ, ਇਸ ਬਿਮਾਰੀ ਦੇ ਨਾਲ ਨਜਿੱਠਣ ਵਾਸਤੇ ਸਾਨੂੰ ਜੋ ਸੇਫਟੀ ਪ੍ਰੀਕਾਸ਼ਨ ਚਾਹੀਦੀ ਹੈ, ਜੋ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਨਿਯਮ ਬਣਾਉਣੇ ਚਾਹੀਦੇ ਆ। ਔਰ ਦੇਖੋ ਵੀ ਹੁਣ ਆ ਚੱਲਦੀ ਆ ਆਕਸੀਜਨ ਦੀ ਸ਼ਾਰਟੇਜ ਆ ਰਹੀ, ਉਹ ਤਾਂ ਡਾਕਟਰਾਂ ਨੂੰ ਜ਼ਿਆਦਾ ਪਤਾ ਸੀ, ਤਾਂ ਦੇਸੀ ਬੰਦੇ ਆ ਖੇਤਾਂ 'ਚ ਕੰਮ ਕਰਨ ਵਾਲੇ, ਪਰ ਸਾਡੇ ਕੋਲ ਤਾਂ ਖੇਤਾਂ 'ਚ ਵਾਧੂ ਆ ਆਕਸੀਜਨ, ਫੁੱਲ ਬੂਟੇ ਸਾਰੇ, ਮਤਲਬ ਫਸਲਾਂ ਆਕਸੀਜਨ ਛੱਡਦੀਆਂ, ਕੋਈ ਏਦਾਂ ਦੀ ਗੱਲਬਾਤ ਨਹੀਂ ਹੈਗੀ। ਸੋ ਮੈਂ ਸਾਰਿਆਂ ਦਾ, ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦਾ, ਔਰ ਡਾਕਟਰ ਅਵਤਾਰ ਦਾ ਸਪੈਸ਼ਲੀ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਜ਼ੂਮ ਤੇ ਟਾਈਮ ਦੇ ਕੇ ਸਾਡੇ ਵੀ ਵਿਚਾਰ ਰੱਖਣ ਦਾ ਜ਼ੂਮ ਤੇ ਨਹੀਂ ਸੱਦ ਰਿਹਾ, ਤੁਸੀਂ ਕੱਲ ਨੂੰ ਆਪਣਾ ਕੰਮ ਕੁਮ ਨਿਬੇੜ ਕੇ ਛੇਤੀ ਪਹੁੰਚੋ ਮੋਰਚੇ ਤੇ। ਸਰ ਮੰਡੀ 'ਚ ਬੈਠਾ ਮੈਂ ਡਾਕਟਰ ਸਾਹਿਬ, ਇਸੇ ਕਰਕੇ ਵੀ ਮੇਰਾ ਰਾਜ ਕੰਮ ਨਿਬੜ ਜਾਏ ਤੇ ਮੈਂ ਫ੍ਰੀ ਹੋ ਕੇ ਕੱਲ ਨੂੰ ਤਾਂ ਪਹੁੰਚਣਾ, ਫ੍ਰੀ ਹੋਵਾਂ ਜਾਂ ਨਾ ਹੋਵਾਂ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਡਾਕਟਰ ਸਾਹਿਬ, ਆਵਾਜ਼ ਨਹੀਂ ਸੁਣੀ ਤੁਹਾਡੀ। ਡਾਕਟਰ ਸਤਨਾਮ ਨੇ ਕਿਹਾ ਕੁਛ ਸੀ ਜੀ? ਨਹੀਂ ਜੀ, ਮੈਂ ਕੁਝ ਨਹੀਂ ਕਿਹਾ। ਅੱਛਾ, ਵਿੱਚ ਕੁਝ ਬੋਲੇ ਸੀ, ਮੈਨੂੰ ਆਵਾਜ਼ ਸੁਣੀ ਨਹੀਂ ਜੀ। ਸਾਰੇ ਆਪਾਂ ਏਦਾਂ ਜੁੜੇ ਹੋਏ ਆ ਕੜੀਆਂ ਦੀ ਤਰ੍ਹਾਂ। ਉਸ ਹਸਪੀਟਲ ਇੱਕ ਮੋਰਚਾ ਲੱਗਣਾ ਸੀ, ਹਸਪੀਟਲ ਖੁੱਲਣਾ ਸੀ, ਸੋ ਆਪਾਂ ਜੁੜਨਾ ਸੀ। ਵੱਖ-ਵੱਖ ਡਾਕਟਰ ਜੋਧਪੁਰ ਤੋਂ ਜੁੜੇ ਨੇ, ਤ੍ਰਿਪੁਰਾ, ਤਮਿਲਨਾਡੂ, ਦੇਖੋ ਕਿੰਨੀ ਦੂਰ ਤੋਂ ਆਪਾਂ ਜੁੜੇ ਆ। ਜੀ ਅੱਗੇ ਬਿਮਾਰੀ ਏਦਾਂ ਦੀ ਹੋਈ ਹੈ ਵੀ ਜਿਹਦੇ ਕਰਕੇ ਚਲੋ ਬੜਾ ਸੀਰੀਅਸ ਹੈਗਾ, ਜਿੱਥੇ ਡੈਥਾਂ ਹੋਈਆਂ ਉੱਥੇ ਦੁਖਦਾਈ ਵੀ ਬਹੁਤ ਹੈ। ਦਿੱਲੀ 'ਚ ਐਸੀ ਗੱਲ ਨਹੀਂ, ਸਭ ਨੂੰ ਪੇਨ ਹੈ ਜਿਹੜੀਆਂ ਡੈਥਾਂ ਹੋਈਆਂ, ਸੋ ਨਹੀਂ ਹੋਣੀ ਚਾਹੀਦੀ ਸੀ। ਕਿਤੇ ਨਾ ਕਿਤੇ ਸਾਡਾ ਇੱਕ VIP ਕਲਚਰ ਵੀ ਅੱਗੇ ਆਉਂਦਾ ਹੈ। ਮੇਰੇ ਯਾਦ ਹੈ ਜਦੋਂ ਆਪਾਂ ਲਾਸਟ ਟਾਈਮ ਫਾਰਮੇਸੀ 'ਚ ਅਸੀਂ ਮੈਡੀਸਿਨ ਡਿਲੀਵਰ ਕਰਦੇ ਹੁੰਦੇ ਸੀ, ਤਾਂ ਹਾਈਡਰੋਕਸੀ ਕਲੋਰੋਕੁਇਨ ਦੀ ਲੋਕਾਂ ਨੇ ਸਟਾਕ ਕਰਨਾ ਸ਼ੁਰੂ ਇਕੱਠਾ ਕਰਤਾ ਸੀਗਾ। ਸੋ ਹਲੇ ਵੀ ਹੁੰਦਾ ਕਿਤੇ ਨਾ ਕਿਤੇ ਹਸਪੀਟਲਾਂ 'ਚ, ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ 'ਚ ਸਿਫਾਰਸ਼ੀ ਲੋਕ ਐਡਮਿਟ ਹੋ ਜਾਂਦੇ ਆ, ਜਿਨ੍ਹਾਂ ਨੂੰ ਜ਼ਰੂਰਤ ਨਹੀਂ ਹੁੰਦੀ ਕਿਸੇ ਮਤਲਬ ਐਡਮਿਸ਼ਨ ਹੋਣ ਦੀ, ਟ੍ਰੀਟਮੈਂਟ ਲੈਣ ਦੀ, ਲੇਕਿਨ ਉੱਥੇ ਕੋਈ ਮੇਰੇ ਵਰਗਾ ਲੋੜਵੰਦ ਬੰਦਾ ਰਹਿ ਜਾਂਦਾ ਹੈ ਇਲਾਜ ਤੋਂ, ਤਾਂ ਉੱਥੇ ਉਹਨੂੰ ਫਿਰ ਕਿਸੇ ਵੱਡੀ ਹਾਦਸੇ ਦਾ ਸ਼ਿਕਾਰ ਹੋਣਾ ਪੈਂਦਾ। ਸੋ ਇਹ ਚੀਜ਼ਾਂ ਆਪਣੇ ਦੇਸ਼ 'ਚ ਨੇ, ਇਹਨਾਂ ਦਾ ਅੱਗੇ ਨੂੰ ਸੁਧਾਰ ਹੋਏ, ਕੜੀ ਦਰ ਕੜੀ ਆਪਾਂ ਜੁੜੀਏ, ਤਾਂ ਜੋ ਹੁਣ ਤਾਂ ਜੋ ਹੈ ਹੀ ਆ, ਆਪਾਂ ਅੱਗੇ ਨੂੰ ਵੀ ਕੁਝ ਚੀਜ਼ਾਂ ਦਾ ਸੁਧਾਰ ਕਰ ਸਕੀਏ। ਅਵਤਾਰ ਜੀ, ਇਹ ਜੋ ਕੰਡੀਸ਼ਨਸ ਕ੍ਰੀਏਟ ਹੋ ਰਹੀਆਂ ਨਾ, ਸੌਰੀ ਮੈਂ ਟਾਈਮ ਲੈ ਰਿਹਾ 2 ਮਿੰਟ, ਹਾਂਜੀ, ਇਹ ਸਾਡੀਆਂ ਸਰਕਾਰਾਂ ਦਾ ਫੇਲਿਅਰ ਹੈ ਜੋ ਵੀ ਹੋ ਰਿਹਾ ਹੈ। ਠੀਕ ਹੈ, ਸਰਕਾਰਾਂ ਨੇ ਆਪਣਾ ਫੇਲਿਅਰ ਲੁਕਾਉਣ ਲਈ ਉਹ ਪ੍ਰੋਪੇਗੈਂਡਾ ਕਰਤਾ ਜੀ, ਇਟ ਇਜ਼ ਅ ਵੈਰੀ ਡੇਂਜਰਸ ਡਿਜ਼ੀਜ਼, ਆ ਗਈ, ਉਹ ਮਰ ਗਏ, ਲੁੱਟ ਗਏ। ਤੋ ਦੈਟਸ ਵਾਈ ਅਗਰ ਤੁਸੀਂ ਸਿਸਟਮ ਦੇਖੋ, 1 ਸਾਲ ਦਿੱਤਾ ਕੋਵਿਡ ਨੇ ਨਾ, ਤੁਸੀਂ ਪ੍ਰੈਪਰੇਸ਼ਨ ਕਰ ਲਓ। ਆਕਸੀਜਨ ਪਲਾਂਟ ਲਗਾਉਣ ਨੂੰ ਕਿੰਨਾ ਟਾਈਮ ਲੱਗਦਾ? ਪਿਛਲੇ ਸਾਲ ਪੰਜਾਬ ਗਵਰਨਮੈਂਟ ਨੇ, ਮੈਂ ਤੁਹਾਨੂੰ ਲੋਕਲ ਹੁਸ਼ਿਆਰਪੁਰ ਦੀ ਗੱਲ ਦੱਸਦਾ, ਜਿੰਨੇ ਅਨਆਥੋਰਾਈਜ਼ਡ ਆਕਸੀਜਨ ਪਲਾਂਟ ਸੀ ਉਹਨੂੰ ਬੰਦ ਕਰਵਾਇਆ ਗਿਆ, ਜਦਕਿ ਉੱਥੇ ਇਹ ਚਾਹੀਦਾ ਸੀ ਉਹਨਾਂ ਨੂੰ ਲਾਇਸੈਂਸ ਦੇ ਕੇ, ਉਹਨਾਂ ਨੂੰ ਕਹਿੰਦੇ ਵੀ ਸਾਨੂੰ ਆਕਸੀਜਨ ਪ੍ਰੋਡਿਊਸ ਕਰਕੇ ਦਿਓ ਕੰਟਰੋਲ ਰੇਟ ਤੇ, ਆਪਣਾ ਜਿਹੜਾ ਮਾਰਜਨ ਰੱਖਣਾ ਤੁਸੀਂ ਰੱਖ ਲਓ, ਪਰ ਲੇਕਿਨ ਉਹ ਟੋਟਲੀ ਸ਼ਟਡਾਊਨ ਹੀ ਕਰਵਾ ਦਿੱਤੇ ਗਏ। ਅਗਰ ਉਹ ਅੱਜ ਪਲਾਂਟ ਚੱਲਦੇ ਹੁੰਦੇ, ਤੇ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਵੇਲੇ ਇੱਥੇ ਸਿਲੰਡਰ ਦਾ ਰੇਟ 800 ਰੁਪਏ ਸਿਲੰਡਰ ਹੈ, 800 ਰੁਪਏ ਦਾ ਸਿਲੰਡਰ ਮਿਲ ਰਿਹਾ ਆਕਸੀਜਨ। ਡਾਕਟਰ ਸਾਹਿਬ 1 ਮਿੰਟ ਲੈਂਦਾ ਮੈਂ ਤੁਹਾਨੂੰ, 1 ਮਿੰਟ। ਡਾਕਟਰ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਪਤਾ ਹੈ ਹਸਪਤਾਲਾਂ ਵਿੱਚ ਕੀ ਹਾਲਤ ਹੈ ਹੁਣ? ਜਿਹੜਾ 250 ਰੁਪਏ ਦਾ ਸਾਡੇ ਕੋਲ ਸਿਲੰਡਰ ਆਉਂਦਾ ਸੀ ਨਾ, 250-300 ਰੁਪਏ ਦਾ, ਅਸੀਂ ਉਹਨੂੰ 800 ਰੁਪਏ ਦਿੰਦੇ ਪਏ ਆ। ਜੀ ਠੀਕ ਹੈ, ਤੇ ਇਹ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ, ਸਰਕਾਰ ਦਾ ਫੇਲਿਅਰ ਹੈ ਐਕਚੁਅਲੀ। ਸਰਕਾਰ ਦਾ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਹੁਣੇ ਮੈਂ ਆਪਣੇ ਹਸਪਤਾਲ ਵਾਸਤੇ ਆਕਸੀਜਨ ਪਲਾਂਟ ਲਾਵਾ, ਮੈਨੂੰ 3 ਮਹੀਨਾ ਪਹਿਲਾਂ ਉਹਦੀ ਕੋਟੇਸ਼ਨ 4.5 ਲੱਖ ਰੁਪਏ ਦੀ ਦਿੱਤੀ ਸੀ। ਮੈਂ ਉਹਨੂੰ ਆਖਿਆ ਭਾਈ ਹੁਣ ਮਤਲਬ ਕੰਟਰੈਕਟ ਹੋ ਚੁੱਕਿਆ ਸੀ, ਭਾਈ ਪਿੱਛੇ ਮੁਕਰ ਗਿਆ, ਕਹਿੰਦਾ ਜੀ ਡਾਕਟਰ ਸਾਹਿਬ 10 ਲੱਖ ਤੋਂ ਘੱਟ ਨਹੀਂ ਲਾਣਾ ਹੁਣ। ओके, एंड दिस इज व्हाट इज हैपनिंग एक्चुअली। गवर्नमेंट ने ऑथराइज ही नहीं कर रखे, जैसे वैक्सीन का मैप, रेमडेसिविर की जो किल्लत आ रही है, जो उन्होंने आउट ऑफ द वे कर दिए। सर, जब रेमडेसिविर का फर्स्ट फेज में ट्रायल आया था ना, रेमडेसिविर के लिए अवेलेबिलिटी थी, तो सिर्फ 5 कंपनियों को कॉन्ट्रैक्ट दिया गया था। आप ताजुब करोगे, 35 कंपनीज हैव अप्लाइड फॉर मेकिंग रेमडेसिविर। 35, इंडिया की बात कर रहा हूं वैसे। ओके। और आज मतलब 5 शायद हफ्ते भर पहले मीटिंग हुई है, तो इन्होंने फिर वापस 22 कंपनियों को दी है। इफेक्टिव थी, ठीक है, आज है नहीं है, उसके डाटा अलग है, लेकिन ये सरकार का बनाया हुआ प्रोपेगेंडा है। आप
इस बात से आइडिया लगाओ ना, जो वैक्सीन पहले फ्री थी आज वो 400 की है, जो ऑक्सीजन 250 की थी वो 800 की है, जो रेमडेसिविर पहले यदि 22 कंपनियां बनाती तो आज यदि रेमडेसिविर की वजह से चलो जाने बचती भी हैं तो उसका पैनिक तो नहीं होता। आज बिल्कुल, ब्लैक बिल्कुल सर। मार्केटिंग में रेमडेसिविर इज कॉस्टिंग 35,000 रुपीज, 1500-3,000 रुपए का इंजेक्शन 35,000 रुपए का लेने के लिए आदमी मजबूर है। सर ये तो कुछ भी नहीं This बताई is- अमाउंट आपने। नहीं सर, मैं तो वो बता रहा हूँ जो मुझे रोज सुनने को हाँ, मिलती है हाँ, लोगों हाँ, से। हाँ। लेकिन जी। मैं अपन दूसरी बात करते हैं, एक्चुअली सरकार के पास सब चीजें अवेलेबल थी, ऑन द टाइम अवेलेबल था। आप एक चीज कह रहे हो, एक तरफ तो 2 गज की दूरी, मास्क है जरूरी, नारा लगा रहे हो, दूसरा आप महाकुंभ में ले जाके साले 3.5 लाख लोगों को एटम बम बना दिया आपने। अब वो छोटे छोटे एटम बम जाके फूटेंगे ना, इन्फेक्टिविटी तो बिल्कुल, बढ़ बिल्कुल गई सर। ना। That's called spreading। ये बेवकूफी है। आपने पॉलिटिकल रैलियां कर ली, एक लीडर ने पॉलिटिकल रैलियां कैंसिल की हैं, दूसरा लीडर पॉलिटिकल रैलियों में 14 लाख डोने लेके बैठा है। मतलब व्हाट इज, आप देशभक्त नहीं हो, आप देश चलाने के लिए नहीं आए हो, आपको सियासत की भूख है। बिल्कुल, बिल्कुल सर। आपके लिए इंसानों की जिंदगी की कोई परवाह ही नहीं है उनको, कि वो क्या हो रहे हैं, क्या नहीं हो रहे, क्या इन्फेक्ट हो रहे हैं। मैं मतलब मेरे पास ऐसी रिपोर्ट्स भी हैं जो मैं शेयर नहीं कर सकता इस प्लेटफॉर्म पे। 6-6 महीने 2-2 साल के बच्चों को कोविड हुआ है और उनकी डेथ हुई है। मैं नंबर नहीं बताऊंगा आपको वरना बहुत पैनिक सिचुएशन हो जाएगी, लेकिन ठीक है। ऐसा भी हुआ। अब इसका जिम्मेदार कौन है? सीधे सीधे गवर्नमेंट सर। एग्जैक्टली ये लोगों को समझना पड़ेगा कि जो जी, जी। सरकार कोविड में आपको इकट्ठा होने के लिए कह रही है वो आपको बेसिकली एक विष पिला रही है। तो ये समझने वाली बातें हैं। बाकी वो तो सर सरकारें भी prolong कर रहे समझदार हैं, लोग एक मिनट हम्म। सब, बाकी सर सरकारें भी समझदार हैं, लोग भी समझदार हैं। इनको